ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਮਨ ਰਤਿ ਹਰਿ ਨਾਏ। ਸੱਚ ਵਖਾਣਿਆ ਲੋਕਾਂ ਦਾ ਕਿਹਾ ਜਾਏ। ਜਾ ਤੁਧ ਭਾਣਿਆ ਜਾਓ ਲਗ ਜਿਉ ਪ੍ਰਾਣ। ਸੱਚ ਧਿਆਈਐ ਲਾਹਾ ਹਰ ਗੁਣ ਗਾਏ। ਮਿਲੈ ਸੁਖ ਪਾਈਐ ਮਨ ਰਤਿ ਹਰਿ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪਹਿਲਾ। ਮਨ ਰਤਿ ਹਰਿ ਨਾਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਅੰਦਰ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਹੜੇ ਵਡਭਾਗੇ ਪੁਰਖ ਪ੍ਰਮਾਤਮਾ ਦਾ ਨਾਮ ਇੱਕ ਚਿੱਤ ਹੋ ਕਰਕੇ ਜਪਦੇ ਹਨ, ਮਨ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਰੰਗ ਕੇ ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਹਨ, ਤਿਨਾਂ ਗੁਰਸਿੱਖਾਂ ਵਡਭਾਗੇ ਪੁਰਖਾਂ ਪ੍ਰਥਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਕਿ ਜਿਨ੍ਹਾਂ ਦਾ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਗਿਆ, ਵਾਹਿਗੁਰੂ ਦੇ ਨਾਮ ਦੇ ਵਿੱਚ ਜੋ ਰੱਤੇ ਜਾਂਦੇ ਹਨ, ਜਿਨ੍ਹਾਂ ਨੂੰ ਸੰਸਾਰ ਦੀ ਕਾਨ ਕਨਾਉਟ ਕਦਾਚਿਤ ਵੀ ਮਨ 'ਤੇ ਕਦਾਚਿਤ ਅਸਰ ਨਹੀਂ ਕਰਨਾ ਕਰਦੀ,
ਕਿਉਂਕਿ ਸਤ ਸੰਗਤ ਜੀ ਬਹੁਤਾਤ ਵਿੱਚ ਸੰਸਾਰ ਦੀ ਜਿਹੜੀ ਕਾਨ ਕਨੌਟ ਹੈ ਨਾ, ਲੋਕ ਲੱਜਾ ਹੈ ਕਿ ਲੋਕੀ ਕੀ ਆਖਣਗੇ। ਗੁਰਬਾਣੀ ਪੜ੍ਹਨ ਲੱਗ ਪਏ ਹਾਂ, ਗੁਰੂ ਘਰ ਵਿੱਚ ਜਾਣ ਲੱਗ ਪਏ ਹਾਂ, ਸਤ ਸੰਗਤ ਕਰਨ ਲੱਗ ਪਏ ਹਾਂ। ਸਾਧ ਸੰਗਤ ਜੀ, ਇਹ ਜਿਹੜਾ ਭਲਾ ਕਰਮ ਕਰਨਾ ਹੈ ਜੀਵਨ ਦੀ ਸਫਲਤਾ ਦੇ ਲਈ, ਇਹ ਬਹੁਤ ਹੀ ਜ਼ਿੰਦਗੀ ਦਾ ਵਡਮੁੱਲਾ, ਇਹ ਚੰਗੇ ਭਾਗ ਹੋਣ ਤਾਂ ਕਿਤੇ ਜੀਵਨ ਦੇ ਵਿੱਚ ਇਹ ਦਾਤ ਪ੍ਰਾਪਤ ਹੁੰਦੀ ਹੈ। ਪਰ ਅਗਿਆਤ ਮਨੁੱਖ, ਸਾਖਤ ਪੁਰਸ਼ ਇਸ ਤਾਤਪਰਜ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਲਈ ਤਾਂ ਇਉਂ ਪ੍ਰਤੀਤ ਹੁੰਦਾ ਕਿ ਸੰਸਾਰ ਦੇ ਅੰਦਰ ਵਿਹਲੇ ਪੁਰਖਾਂ ਦਾ ਕੰਮ ਹੈ। ਉਹਨਾਂ ਦੇ ਲਈ ਕੇਵਲ ਸੰਸਾਰ ਦੇ ਮਾਇਕੀ ਕੰਮ ਧੰਦੇ ਹੀ ਸਭ ਤੋਂ ਜ਼ਰੂਰੀ ਗਿਣੇ ਜਾਂਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਕਰਦੇ ਹਨ, ਜੀਵਨ ਦੀ ਵਡਮੁੱਲੀ ਤੇ ਸਭ ਤੋਂ ਅਮੋਲਕ ਦਾਤ ਪਰਮੇਸ਼ਰ ਦਾ ਨਾਮ ਜਪਣਾ, ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗ ਕੇ ਰੱਖਣਾ, ਸਤਿਗੁਰੂ ਜੀ ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਕਰਦੇ, ਉਹ ਨਿਸ਼ਚੈ ਕਰਕੇ ਇਹ ਦਾਤ ਜੀਵਨ ਦੇ ਵਿੱਚ ਧਾਰਨ ਕਰ ਲੈਂਦੇ ਹਨ। ਸੋ ਇਸ ਲਈ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹੈ, ਹੇ ਗੁਰਸਿੱਖੋ, ਮਨ ਰਾਤਉ ਹਰਿ ਨਾਏ। ਜਿਨ੍ਹਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰਤਿਆ ਗਿਆ, ਭਾਵ ਇੱਕ ਮਿਕ ਹੋ ਗਿਆ ਹੈ। ਜਦੋਂ ਉਹ ਗੁਰਮੁਖ ਜਨ ਨਾਮ ਜਪਦੇ ਹਨ, ਐਸੀ ਉਹਨਾਂ ਦੇ ਅੰਦਰ ਦੀ ਇਕਾਗਰਤਾ ਬਣਦੀ ਹੈ ਕਿ ਨਾ ਕੋਈ ਸੰਸਾਰ ਦਾ ਸੰਕਲਪ, ਨਾ ਵਿਕਲਪ, ਕਿਸੇ ਪ੍ਰਕਾਰ ਦਾ ਕੋਈ ਫੁਰਨਾ, ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਕੋਈ ਆਸਾ ਮਨਸਾ, ਕੋਈ ਵੀ ਫੁਰਨਾ ਉਹਨਾਂ ਦੇ ਅੰਦਰ ਨਹੀਂ ਫੁਰਨਾ ਕਰਦਾ। ਜਿਨ੍ਹਾਂ 'ਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜੋ ਗੁਰੂ ਕਿਰਪਾ ਦੇ ਪਾਤਰ ਬਣ ਜਾਂਦੇ ਹਨ, ਇੱਕ ਮਿਕ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਹਰ ਸਮੇਂ ਰੰਗੇ ਰਹਿੰਦੇ ਹੈ। ਐਸੇ ਗੁਰਮੁਖਾਂ ਦੀ ਪ੍ਰਥਾਏ ਮਹਾਰਾਜ ਉਚਾਰਨ ਕਰ ਰਹੇ ਨੇ। ਮਨ ਰਾਤਉ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜਿਨ੍ਹਾਂ ਦਾ ਮਨ ਰਤਿਆ ਗਿਆ, ਇੱਕ ਚਿੱਤ ਹੋ ਕੇ ਜੋ ਵਾਹਿਗੁਰੂ ਨੂੰ ਯਾਦ ਕਰਦੇ ਹਨ, ਸੱਚ ਵਖਾਣਿਆ, ਉਹਨਾਂ ਨੇ ਜੀਵਨ ਪਰਯੰਤ ਸੱਚੇ ਪ੍ਰਮਾਤਮਾ ਦੇ ਨਾਮ ਦਾ ਹੀ ਕਥਨ ਕੀਤਾ ਹੈ, ਸੱਚੇ ਵਾਹਿਗੁਰੂ ਦੇ ਗੁਣਾਂ ਦਾ ਹੀ ਵਿਖਿਆਨ ਕੀਤਾ ਹੈ। ਕਦੇ ਵੀ ਉਹ ਜੀਵਨ ਦੇ ਵਿੱਚ ਝੂਠ ਨਹੀਂ ਬੋਲਦੇ, ਕਦੇ ਜੀਵਨ ਦੇ ਅੰਦਰ ਝੂਠੀ ਕਮਾਈ ਨਹੀਂ ਕਰਦੇ, ਕਦੇ ਝੂਠਿਆਂ ਦਾ ਸੰਗ ਨਹੀਂ ਕਰਦੇ, ਝੂਠਿਆਂ ਦੀ ਹਾਮੀ ਨਹੀਂ ਭਰਦੇ। ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਆਪਣੇ ਮਨ ਨੂੰ ਰੰਗ ਲਿਆ ਹੈ, ਮਹਾਰਾਜ ਕਹਿੰਦੇ ਸੱਚ ਵਖਾਣੇ ਆ। ਤਿੰਨਾਂ ਨੇ ਵਿਖਿਆਨ ਵੀ ਸੱਚ ਦਾ ਹੀ ਕਰਨਾ ਕੀਤਾ ਹੈ। ਕਦੇ ਵੀ ਸੰਸਾਰ ਦੇ ਅੰਦਰ ਉਹਨਾਂ ਨੇ ਆਸਰਾ ਵੀ ਕਦੇ ਝੂਠਾ ਨਹੀਂ ਤੱਕਣਾ ਕੀਤਾ। ਸੰਸਾਰ ਦੇ ਜਿੰਨੇ ਵੀ ਆਸਰੇ ਹਨ, ਇਹ ਸਭ ਮਿਥੇ ਹੋਏ ਜਾਣ ਕਰਕੇ ਕਿ ਸਭ ਝੂਠੇ ਹੈ। ਕੇਵਲ ਵਾਹਿਗੁਰੂ ਦੇ ਨਾਮ ਦਾ ਆਸਰਾ ਸਦਾ ਰਹਿਣ ਵਾਲਾ ਔਰ ਸੱਚਾ ਹੈ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੇ ਸੱਚ ਦਾ ਕਥਨ ਕੀਤਾ ਹੈ, ਸੱਚ ਵਾਹਿਗੁਰੂ ਦੇ ਸਰੂਪ ਨੂੰ ਉਚਾਰਨ ਕੀਤਾ ਹੈ, ਸੱਚੇ ਪੁਰਖਾਂ ਦੀ ਸਤ ਸੰਗਤ ਵਿੱਚ ਜੁੜਨਾ ਕੀਤਾ ਹੈ। ਐਸੇ ਗੁਰਮੁਖ ਪਿਆਰਿਆਂ ਦਾ ਉੱਚਾ ਸੁੱਚਾ ਜੀਵਨ ਹੈ, ਉਹ ਸੱਚੇ ਨੂੰ ਹਰ ਸਮੇਂ ਉਚਾਰਨ ਕਰਦੇ ਰਹਿੰਦੇ ਹਨ ਕਿ ਇੱਕ ਪਰਮੇਸ਼ਰ ਹੈ ਜੋ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਜਿਤਨੀ ਵੀ ਲੋਕਾਈ ਨਜ਼ਰ ਆ ਰਹੀ ਹੈ, ਇਹ ਤਾਂ ਮਿਥਿਆ ਹੈ, ਭਾਵ ਨਾਏ ਹੋਏ ਵਰਗੇ ਸੰਸਾਰ ਭਰ ਦੇ ਸਭ ਜੀਵ ਹਨ। ਜਿੰਨੇ ਵੀ ਸੰਸਾਰ ਦੇ ਆਸਰੇ ਨੇ, ਇਹ ਸਦਾ ਰਹਿਣ ਵਾਲੇ ਨਹੀਂ ਹਨ। ਐਸਾ ਗੁਰਮੁਖਾਂ ਦਾ ਨਿਸ਼ਚਾ ਹੋ ਜਾਂਦਾ ਹੈ। ਫਿਰ ਮਹਾਰਾਜ ਕਹਿੰਦੇ ਉਹ ਸੱਚ ਦਾ ਹੀ ਵਿਖਿਆਨ ਕਰਦੇ ਹਨ, ਹਰ ਸਮੇਂ ਸੱਚੇ ਪ੍ਰਮਾਤਮਾ ਦੇ ਗੁਣਾਂ ਨੂੰ ਹੀ ਗਾਉਣ ਦੇ ਵਿੱਚ ਰੰਗੇ ਰਹਿੰਦੇ ਹਨ। ਲੋਕਾਂ ਦਾ ਕਿਆ ਜਾਏ, ਇਹੋ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਤੀਤ ਬਣ ਜਾਂਦੀ ਹੈ। ਮਹਾਰਾਜ ਸੰਸਾਰ ਦੇ ਲੋਕਾਂ ਦਾ ਭਲਾ ਕੀ ਕਹਿਣਾ ਹੈ, ਸਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਲੋਕ ਲੱਜਾ ਨਹੀਂ ਹੈ। ਸੰਸਾਰ ਦੀ ਕਾਨ ਕਨੌਟ ਸਾਡੇ ਮਨ 'ਤੇ ਕੋਈ ਵੀ ਅਸਰ ਨਹੀਂ ਕਰਦੀ। ਮਹਾਰਾਜ ਸਾਨੂੰ ਕੋਈ ਪਰਵਾਹ ਨਹੀਂ ਹੈ। ਜਿਨ੍ਹਾਂ ਦਾ ਪੱਖ ਪਰਮੇਸ਼ਰ ਕਰਦਾ, ਉਹ ਬੇਪਰਵਾਹ ਹੋ ਜਾਂਦੇ ਹੈ। ਉਹ ਸੰਸਾਰ ਦੀ ਪਰਵਾਹ ਥੋੜ੍ਹਾ ਕਰਦੇ ਹੈ। ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾਹ। ਇੱਕ ਵਾਹਿਗੁਰੂ ਤੋਂ ਬਿਨਾਂ ਕਿਸੇ ਦਾ ਭੈ ਨਹੀਂ ਉਹਨਾਂ ਦੇ ਹਿਰਦੇ ਅੰਦਰ ਹੁੰਦਾ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੀ ਸੰਸਾਰ ਦੇ ਅੰਦਰ ਉਹਨਾਂ ਨੂੰ ਲੱਜਾ ਨਹੀਂ ਹੁੰਦੀ। ਕਾਨ ਕਨੌੜ ਤੋਂ ਉਹ ਪ੍ਰਾਮ ਹੋ ਕੇ ਪਿਆਰੇ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ।
ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕਾਂ ਦਾ ਕਿਆ ਜਾਏ। हे ਮਹਾਰਾਜ, ਲੋਕਾਂ ਦਾ ਕੀ ਕਹਿਣਾ? ਇਸ ਸੰਸਾਰ ਦੇ ਲੋਕ ਤਾਂ ਕਿਸੇ ਪਾਸੇ ਵੀ ਮਹਾਰਾਜ ਟਿਕਣ ਨਹੀਂ ਦਿੰਦੇ। ਹੈ ਤਾਂ ਭਲਾ ਕੰਮ ਹੈ ਸਤ ਸੰਗਤ ਕਰਨੀ, ਨਾਮ ਜਪਣਾ, ਸੇਵਾ ਸਿਮਰਨ ਕਰਨਾ, ਗੁਰੂ ਚਰਨਾਂ ਵਿੱਚ ਆ ਕੇ ਸਤਿਗੁਰਾਂ ਦੇ ਦੀਦਾਰ ਕਰਨੇ। ਪਰ ਲੋਕ ਕਹਿੰਦੇ ਦੇਖੋ ਜੀ ਬਾਬਾ ਬਣ ਗਿਆ, ਇਹ ਤਾਂ ਵਿਹਲਿਆਂ ਦਾ ਕੰਮ ਹੈ। ਇਹ ਉਹ ਸੰਸਾਰ ਦੇ ਲੋਕ ਜਿਹੜੇ ਕਾਨ ਕਨੌਟ ਕਰਦੇ ਹਨ, ਜਿਹੜੇ ਆਪ ਗੁਰੂ ਚਰਨਾਂ ਦੇ ਨਾਲ ਟੁੱਟੇ ਹੋਏ, ਜਿਹੜੇ ਜੁੜਨ ਦਾ ਯਤਨ ਕਰਦੇ ਉਹਨਾਂ ਨੂੰ ਵੀ ਤੋੜਨ ਦਾ ਯਤਨ ਕਰਦੇ ਰਹਿੰਦੇ ਹਨ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੇਨਤੀ ਕਰਨ ਦੀ ਜਾਚ ਦੱਸ ਰਹੇ ਹੈ। हे ਮਹਾਰਾਜ, ਗਰੀਬ ਨਵਾਜ ਸਤਿਗੁਰੂ ਜੀਓ, ਲੋਕਾਂ ਦਾ ਕਿਆ ਜਾਏ, ਲੋਕਾਂ ਦੀ ਕੀ ਪਰਵਾਹ ਹੈ। ਮਹਾਰਾਜ, ਸਾਨੂੰ ਕੋਈ ਭਾਵੇਂ ਹੁਣ ਭਲਾ ਕਹੇ ਭਾਵੇਂ ਬੁਰਾ ਕਹੇ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਕੋਈ ਭਲਾ ਕਹਾਓ ਭਾਵੇਂ ਬੁਰਾ ਕਹਾਓ, ਹਮ ਤਨ ਦੀਓ ਹੈ ਢਾਰ। ਗਰੀਬ ਨਵਾਜ, ਅਸੀਂ ਮਨ ਬਾਣੀ ਸਰੀਰ ਤੁਹਾਡੇ ਚਰਨਾਂ ਵਿੱਚ ਅਰਪਣ ਕੀਤਾ ਹੈ। ਸਾਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਲੋਕ ਤਾਂ ਮਹਾਰਾਜ ਕਿਸੇ ਪਾਸੇ ਵੀ ਟਿਕਣ ਨਹੀਂ ਦਿੰਦੇ। ਜੇ ਕੋਈ ਚੰਗਾ ਕੰਮ ਨਾ ਕਰੇ ਤੇ ਫਿਰ ਵੀ ਸੰਸਾਰ ਦੇ ਲੋਕ ਫਿਟਕਾਰਾਂ ਹੀ ਪਾਉਂਦੇ ਹੈ। ਫਿਰ ਵੀ ਮਹਾਰਾਜ ਸੰਸਾਰ ਦੇ ਅੰਦਰ ਮਾੜਾ ਹੀ ਗਿਣਦੇ ਹਨ। ਜਾ ਤੁਧ ਭਾਣਿਆ। ਮਹਾਰਾਜ, ਜੇ ਆਪ ਜੀ ਨੂੰ ਅਸੀਂ ਭਾ ਗਏ ਆ ਤੇ ਫਿਰ ਸੰਸਾਰ ਦੀ ਕਾਨ ਕਨੌਟ ਦੀ ਸਾਨੂੰ ਕੀ ਪਰਵਾਹ ਹੋਈ ਭਲਾ? ਕੋਈ ਸੰਸਾਰ ਦੀ ਪਰਵਾਹ ਨਹੀਂ ਹੈ। ਜਾ ਤੁਧ ਭਾਣਿਆ, ਤੁਹਾਡੇ ਮਨ ਨੂੰ ਭਾਉਣ ਵਾਸਤੇ ਮਹਾਰਾਜ ਇਹ ਸ਼ੁਭ ਕਰਮ ਅਸੀਂ ਜੀਵਨ ਵਿੱਚ ਧਾਰਨ ਕੀਤੇ ਹਨ। ਜਿਨ੍ਹਾਂ ਸ਼ੁਭ ਕਰਮਾਂ ਕਰਕੇ ਮਹਾਰਾਜ ਆਪ ਜੀ ਦੇ ਸਰੂਪ ਨੂੰ ਭਾਈਦਾ ਹੈ। ਤੁਹਾਡੇ ਮਨ ਦੀ ਮਹਾਰਾਜ ਭਾਵਨਾ, ਜੋ ਸਾਡੀ ਭਾਵਨਾ ਤੁਹਾਡੇ ਮਨ ਨੂੰ ਭਾ ਜਾਣ ਵਾਲੀ ਹੈ, ਇਸੇ ਕਰਕੇ ਅਸੀਂ ਸ਼ੁਭ ਗੁਣਾਂ ਨੂੰ, ਐਸੇ ਸ਼ੁਭ ਕਰਮਾਂ ਨੂੰ ਜੀਵਨ ਦੇ ਵਿੱਚ ਗ੍ਰਹਿਣ ਕੀਤਾ ਹੈ। ਤੇ ਜੇ ਮਹਾਰਾਜ ਆਪ ਜੀ ਨੂੰ ਭਾਗੇ ਹੈ ਤੇ ਸੰਸਾਰ ਦੇ ਲੋਕ ਭਾਵੇਂ ਭਲਾ ਕਹੀ ਜਾਣ ਭਾਵੇਂ ਬੁਰਾ ਕਹੀ ਜਾਣ, ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕੋਈ ਕਾਨ ਕਨੌਟ ਨਹੀਂ ਹੈ। ਔਰ ਇਸੇ ਪ੍ਰਕਾਰ ਲੋਕਾਂ ਦਾ ਕਿਆ ਜਾਏ, ਜਾ ਤੁਧ ਭਾਣਿਆ। ਮਹਾਰਾਜ, ਲੱਖਾਂ ਦੀ ਗਿਣਤੀ ਵੀ ਸੰਸਾਰ ਦੇ ਅੰਦਰ ਭਾਵੇਂ ਲੋਕ ਇਕੱਠੇ ਹੋ ਕਰਕੇ ਇੱਕ ਪੱਖ ਕਰ ਲੈਣ, ਜੇ ਮਹਾਰਾਜ ਜਿਹੜੇ ਜੀਵ ਆਪ ਜੀ ਨੂੰ ਭਾ ਜਾਂਦੇ ਆ ਨਾ, ਉਹਨਾਂ ਦਾ ਕੋਈ ਰੋਮ ਵੀ ਵਾਲ ਵੀ ਕੋਈ ਵਿੰਗਾ ਨਹੀਂ ਕਰ ਸਕਦਾ। हे ਮਹਾਰਾਜ ਸੱਚੇ ਪਾਤਸ਼ਾਹ, ਐਸੀ ਆਪ ਜੀ ਦੀ ਪਰਮ ਤੇ ਮਹਾਨ ਵਡਿਆਈ ਹੈ। ਭੱਟ ਰਸਨਾ ਦੁਆਰਾ ਹਜੂਰ ਦੇ ਉਚਾਰਨ ਕੀਤੇ ਹੋਏ ਮੁਬਾਰਕ ਬਚਨ ਹਨ। ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦਿਜੈ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਕਿੰਨੇ ਮਰਜ਼ੀ ਧਨਾਢ ਪੁਰਸ਼ ਸੰਸਾਰ ਦੇ ਅੰਦਰ ਆ ਜਾਣ, ਜੇ ਪਰਮਾਤਮਾ ਸਤਿਗੁਰੂ ਜੀ ਸਿੱਖ ਦੇ ਵੱਲ ਹੋਣ, ਫਿਰ ਉਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਲੱਖਾਂ ਹੀ ਲੋਕ ਇਕੱਠੇ ਹੋ ਕਰਕੇ ਆ ਜਾਣ, ਲੱਖਾਂ ਬਾਹੂਬਲੀ ਇੱਕ ਪਾਸੇ ਪੱਖ ਕਰ ਲੈਣ, ਪਰ ਵਾਹਿਗੁਰੂ ਦੇ ਪਿਆਰੇ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਐਸੀ ਮਹਾਨ ਪਰਮੇਸ਼ਰ ਦੇ ਨਾਮ ਦੀ ਵਡਿਆਈ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਲੋਕਾਂ ਦਾ ਕਿਆ ਜਾਏ, ਜਾ ਤੁਧ ਭਾਣਿਆ। ਮਹਾਰਾਜ, ਜੇ ਅਸੀਂ ਆਪ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰ ਰਹੇ ਹਾਂ, ਫਿਰ ਸਾਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਮਹਾਰਾਜ, ਲੋਕ ਸੰਸਾਰ ਦੇ ਲੋਕ ਭਾਵੇਂ ਜਿਵੇਂ ਮਰਜ਼ੀ ਕਹੀ ਜਾਣ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮੰਧ ਜੀ ਨੂੰ ਕਿਹਾ ਸੀ ਨਾ, ਜਿਸ ਸਮੇਂ ਕਸਵੱਟੀ ਲਗਾਈ ਸੀ, ਆ ਕਰਕੇ ਬੇਨਤੀ ਕੀਤੀ ਸੀ, ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਤੇ ਕਹਿੰਦੇ ਜੀ ਮਹਾਰਾਜ ਹਜੂਰ ਨੇ ਉਚਾਰਨ ਕੀਤਾ, ਕਹਿਣ ਲੱਗੇ ਭਾਈ ਮੰਝ, ਸਿੱਖੀ ਤੇ ਸਿੱਖੀ ਨਹੀਂ ਕਦੇ ਟਿਕਦੀ, ਇੱਕ ਪਾਸੇ ਹੋਣਾ ਪਵੇਗਾ। ਕਹਿੰਦੇ ਮਹਾਰਾਜ ਮਨਜ਼ੂਰ ਹੈ। ਹਜੂਰ ਕਹਿਣ ਲੱਗੇ ਕਿ ਸੰਸਾਰ ਦੇ ਸੁੱਖ ਸਾਰੇ ਖਤਮ ਹੋ ਜਾਣਗੇ, ਅਲੋਪ ਹੋ ਜਾਣਗੇ, ਮਹਾਰਾਜ ਕੋਈ ਪਰਵਾਹ ਨਹੀਂ। ਗਰੀਬ ਨਵਾਜ, ਆਪ ਜੀ ਦੀ ਸਿੱਖੀ ਦੀ ਦਾਤ ਮੈਨੂੰ ਜੀਵਨ ਦੇ ਵਿੱਚ ਚਾਹੀਦੀ ਹੈ। ਕੇਵਲ ਇਹੋ ਮੇਰੇ ਮਨ ਦੀ ਤਮੰਨਾ ਹੈ, ਮੇਰੇ ਅੰਦਰ ਦੀ ਭਾਵਨਾ ਹੈ। ਭਾਵੇਂ ਘਰ ਦਾ ਸਭ ਕੁਝ ਸਾਧ ਸੰਗਤ ਜੀ ਖਤਮ ਹੋ ਗਿਆ, ਗਰੀਬ ਨਵਾਜ ਸਤਿਗੁਰੂ ਜੀ ਦੀ ਸਿੱਖੀ ਦੀ ਜੀਵਨ ਦੇ ਅੰਦਰ ਧਾਰਨ ਕੀਤੀ, ਸਿੱਖੀ ਦੀ ਕਮਾਈ ਕੀਤੀ, ਲੋਕਾਂ ਦੀ ਕੋਈ ਪਰਵਾਹ ਨਹੀਂ ਕਰਨਾ ਕੀਤੀ। ਲੋਕ ਤਾਂ ਬੜੇ ਤਾਨੇ ਮਾਰਦੇ ਸਨ ਕਿ ਇਹ ਭਾਈ ਮੰਝ ਤੂੰ ਸਕੀ ਸਰਵਰ ਦੀ ਪੂਜਾ ਕਰਨੀ ਛੱਡ ਦਿੱਤੀ ਹੈ, ਰੋਟ ਚੜਾਉਣੇ ਛੱਡ ਦਿੱਤੇ ਹਨ, ਪੂਜਨ ਕਰਨਾ ਛੱਡ ਦਿੱਤਾ ਹੈ, ਤਾਂ ਇਹ ਤੇਰੇ ਘਰ ਵਿੱਚ ਗਰੀਬੀ ਆ ਗਈ, ਲੋਕਾਂ ਦੇ ਘਰ ਮੰਗਣ ਵਾਸਤੇ ਤੇਰੀ ਇੱਦਾਂ ਦੀ ਹਾਲਤ ਬਣ ਗਈ ਹੈ।
ਪਰ ਲੋਕਾਂ ਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਸਾਧ ਸੰਗਤ ਜੀ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਮਹਾਨ ਵਰਦਾਨ ਵੀ ਬਖਸ਼ਿਸ਼ ਕੀਤੇ ਸਨ। ਸੋ ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਪਿਆਰ ਲੱਗ ਜਾਂਦਾ ਹੈ, ਇੱਕ ਚਿੱਤ ਹੋ ਕੇ ਪ੍ਰਮਾਤਮਾ ਦਾ ਨਾਮ ਜਪਦੇ ਹਨ, ਉਹ ਇਉਂ ਪ੍ਰਤੀਤ ਹੁੰਦਾ ਉਹਨਾਂ ਦੇ ਮਨ ਵਿੱਚ ਭਾਵਨਾ ਬਣ ਜਾਂਦੀ ਹੈ, ਮਹਾਰਾਜ ਲੋਕਾਂ ਦਾ ਕਿਹਾ ਜਾਏ ਜਾ ਤੁਧ ਭਾਣੇ ਆ। ਜੇ ਤੁਹਾਨੂੰ ਸਾਡੇ ਹਿਰਦੇ ਦਾ ਪਿਆਰ ਪਾਉਂਦਾ ਤੇ ਮਹਾਰਾਜ ਲੋਕਾਂ ਦੀ ਸਾਨੂੰ ਕੀ ਪਰਵਾਹ ਹੈ, ਕਿਸੇ ਦੀ ਕਾਨ ਕਨੌਟ ਦਾ ਸਾਨੂੰ ਕੋਈ ਪਰਵਾਹ ਨਹੀਂ ਹੈ। ਜਾਓ ਲਗ ਜਿਉ ਪ੍ਰਾਣ। ਹੇ ਪ੍ਰਾਣਾਂ ਧਾਰੀ ਜੀਵ, ਜਦੋਂ ਤੱਕ ਤੇਰੇ ਜੀਵਨ ਦੇ ਅੰਦਰ ਭਾਵ ਤੇਰੇ ਸਰੀਰ ਦੇ ਅੰਦਰ ਜਿਹੜੇ ਪ੍ਰਾਣ ਚੱਲ ਰਹੇ ਹਨ, ਜਦੋਂ ਤੱਕ ਤੇਰੇ ਅੰਦਰ ਸਵਾਸ ਚੱਲ ਰਹੇ ਨੇ, ਜਦੋਂ ਤੱਕ ਪ੍ਰਮਾਤਮਾ ਨੇ ਤੇਰੀ ਪਰਾਰਬਧ ਲਿਖੀ ਹੈ, ਸੱਚ ਧਿਆਈ ਹੈ, ਉਦੋਂ ਤੱਕ ਸੱਚੇ ਪ੍ਰਮਾਤਮਾ ਦਾ ਧਿਆਨ ਧਾਰਨ ਕਰਕੇ ਪਰਮੇਸ਼ਰ ਨੂੰ ਧਿਆਇਆ ਜਾ ਕਰ ਹਰ ਸਮੇਂ। ਜਿੰਨਾ ਤੇਰੇ ਅੰਦਰ ਸਵਾਸ ਹਨ, ਕੀ ਪਤਾ ਇੱਕ ਸਵਾਸ ਆਇਆ ਦੂਜਾ ਸਵਾਸ ਆਉਣਾ ਵੀ ਹੈ ਕਿ ਨਹੀਂ ਆਉਣਾ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਤਾੜਨਾ ਭਰੇ ਬਚਨ ਕੀਤੇ ਗੁਰਬਾਣੀ ਅੰਦਰ, ਹਰ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੁ ਆਵੈ ਕੇ ਨਾ ਆਵੈ ਰਾਮ। ਐ ਮੇਰੀ ਜਿੰਦੇ ਮਤਾਂ ਕਿਤੇ ਮਨ ਵਿੱਚ ਭੁਲੇਖਾ ਕਰੀ ਕਿ ਇਹਦੇ ਲੰਬੀ ਮੇਰੀ ਜ਼ਿੰਦਗੀ ਹੈ, ਪਤਾ ਨਹੀਂ ਦੁਬਾਰਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ। ਮਹਾਰਾਜ ਕਹਿੰਦੇ ਜੋ ਲਗ ਜੀਉ ਪ੍ਰਾਣ ਸੱਚ ਤੇ ਆਈ ਹੈ। ਜਦੋਂ ਤੱਕ ਇਹ ਜੀਵ ਤੇਰੇ ਅੰਦਰ ਸਵਾਸ ਚੱਲ ਰਹੇ ਨੇ, ਜਿੰਨੇ ਪ੍ਰਾਣ ਪ੍ਰਮਾਤਮਾ ਨੇ ਤੇਰੇ ਅੰਦਰ ਪਾਏ ਹਨ, ਉਦੋਂ ਤੱਕ ਮਹਾਰਾਜ ਕਹਿੰਦੇ ਅੰਤਲੇ ਸਵਾਸਾਂ ਤੱਕ ਪ੍ਰਮਾਤਮਾ ਦੇ ਸੱਚੇ ਸਰੂਪ ਦਾ ਧਿਆਨ ਧਾਰਨ ਕਰੀ ਜਾਇਆ ਕਰ, ਸੱਚੇ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰੀ ਜਾਇਆ ਕਰ। ਲਾਹਾ ਹਰ ਗੁਣ ਗਾਏ। ਕਿਉਂਕਿ ਜੀਵਨ ਦੇ ਅੰਦਰ ਪਰਮ ਤੇ ਸੱਚਾ ਲਾਹਾ ਵਾਹਿਗੁਰੂ ਦੇ ਗੁਣ ਗਾਉਣ ਦਾ ਹੈ। ਭਾਵੇਂ ਸੰਸਾਰ ਦੇ ਅੰਦਰ ਹਰ ਕੋਈ ਮਨੁੱਖ ਸਾਧ ਸੰਗਤ ਜੀ ਜਿਹਨੂੰ ਲਾਭ ਮਿਲਦਾ ਤੇ ਬੜਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਜੀ ਮੈਂ ਬੜਾ ਲਾਹਾ ਖੱਟਿਆ ਸੰਸਾਰ ਦੇ ਅੰਦਰ। ਕੋਈ ਧਨ ਦਾ ਲਾਹਾ ਲੈਂਦਾ ਹੈ, ਕੋਈ ਪਦਾਰਥਾਂ ਦੀ ਇਕੱਤਰਤਾ ਦਾ ਲਾਹਾ ਖੱਟ ਲੈਂਦਾ, ਸੰਸਾਰ ਦੇ ਮਾਇਕੀ ਪਦਾਰਥਾਂ ਦੇ ਲਾਹੇ ਖੱਟਣ ਵਿੱਚ ਲੱਗਾ ਹੁੰਦਾ। ਪਰ ਮਹਾਰਾਜ ਕਹਿੰਦੇ ਗੁਰਮੁਖ ਜਨ ਵਾਹਿਗੁਰੂ ਦੇ ਨਾਮ ਜਪਣ ਦਾ ਲਾਹਾ ਖੱਟਦੇ ਹਨ, ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਦਾ ਲਾਹਾ ਖੱਟਦੇ ਹੈ। ਕਿਉਂਕਿ ਸਾਧ ਸੰਗਤ ਜੀ, ਜਿਹੜੇ ਮਾਇਕੀ ਸੰਸਾਰ ਦੇ ਦੁਨਿਆਵੀ ਲਾਹੇ ਹੈ ਨਾ, ਇਹਨਾਂ ਵਿੱਚ ਪਏ ਹੋ ਘਾਟੇ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਪੂਰੇ ਹੋ ਹੀ ਜਾਂਦੇ ਨੇ। ਪਰ ਵਾਹਿਗੁਰੂ ਦੇ ਨਾਮ ਦਾ ਜਿਹੜਾ ਲਾਹਾ ਹੈ, ਉਹ ਜਿਹੜੇ ਸਵਾਸ ਅਜਾਈ ਚਲੇ ਜਾਣੇ ਹਨ, ਉਹ ਜੋ ਘਾਟਾ ਪੈ ਜਾਣਾ, ਉਹ ਕਦੇ ਵੀ ਜ਼ਿੰਦਗੀ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ। ਪਰਮੇਸ਼ਰ ਦੇ ਨਾਮ ਦਾ ਜੋ ਲਾਹਾ ਹੈ, ਤਾਂ ਹੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ, ਹੈ ਜੀਵ ਲਾਹਾ ਹਰ ਗੁਣ ਗਾਏ। ਵਾਹਿਗੁਰੂ ਦੇ ਗੁਣ ਗਾਉਣੇ ਕਰਕੇ ਪਰਮ ਲਾਹੇ ਦੀ ਪ੍ਰਾਪਤੀ ਹੁੰਦੀ ਹੈ। ਤਾਂ ਹੀ ਤੈਨੂੰ ਸੱਚਾ ਲਾਹਾ ਮਿਲੇਗਾ, ਜੋ ਲਾਹਾ ਸੰਸਾਰ ਦੇ ਵਿੱਚੋਂ ਸਭ ਤੋਂ ਉੱਚਾ ਤੇ ਸੁੱਚਾ ਹੈ। ਜੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੇ, ਪਰਮਾਤਮਾ ਦਾ ਨਾਮ ਜਪੇਗਾ, ਮਿਲੈ ਸੁਖ ਪਾਈਐ। ਜੀਵਨ ਦੇ ਅੰਦਰ ਐਸੀ ਅਮੋਲਕ ਦਾਤ ਮਿਲ ਜਾਵੇ ਨਾ ਪਰਮਾਤਮਾ ਦੇ ਗੁਣ ਗਾਉਣ ਦੀ, ਇਹ ਜ਼ਿੰਦਗੀ ਦੇ ਅੰਦਰ ਲਾਹਾ ਖੱਟਣੇ ਦੀ, ਸਤਿਗੁਰੂ ਜੀ ਕਹਿੰਦੇ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਮਿਲੈ ਸੁਖ ਪਾਈਐ, ਪਰਮਾਤਮਾ ਦੇ ਗੁਣ ਗਾਉਣੇ ਕਰਕੇ ਸੱਚਾ ਲਾਹਾ ਮਿਲਦਾ ਹੈ, ਔਰ ਸੱਚੇ ਲਾਹੇ ਕਰਕੇ ਹੀ ਪ੍ਰਮਾਤਮਾ ਮਿਲਦਾ ਹੈ। ਜਿਵੇਂ ਨਾਮ ਤੋਂ ਬਿਨਾਂ ਕਦੇ ਨਾਮੀ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ, ਨਾਮੀ ਤੱਕ ਪਹੁੰਚਿਆ ਨਹੀਂ ਜਾ ਸਕਦਾ, ਇਵੇਂ ਗਰੀਬ ਨਵਾਜ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਗੁਣ ਗਾਉਣ ਤੋਂ ਬਿਨਾਂ ਉਸ ਗੁਣੀ ਸਰੂਪ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਕਦਾਚਿਤ ਹੋਇਆ ਨਹੀਂ ਜਾ ਸਕਦਾ। ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਦੇ ਗੁਣ ਗਾਏ ਹੈ, ਸਤਿਗੁਰੂ ਜੀ ਕਹਿੰਦੇ ਹਨ, ਤਿਨਾਂ ਨੂੰ ਵਾਹਿਗੁਰੂ ਦੇ ਸੁਖ ਸਰੂਪ ਦੀ ਪ੍ਰਾਪਤੀ ਹੋ ਗਈ ਹੈ, ਤਿਨਾਂ ਨੇ ਸਤ ਚੇਤਨ ਆਨੰਦ ਸਰੂਪ ਵਾਹਿਗੁਰੂ ਨੂੰ ਪਾਇਆ ਹੈ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਸੱਚੀ ਤੇਰੀ ਕਾਰ। ਹੇ ਪਿਆਰੇ ਪ੍ਰਮਾਤਮਾ ਜੀ, ਆਪ ਜੀ ਦੀ ਭਗਤੀ ਰੂਪ ਕਾਰ ਸੱਚੀ ਹੈ, ਸਦੀਵੀ ਕਾਦ ਰਹਿਣ ਵਾਲੀ ਹੈ। ਸਾਧ ਸੰਗਤ ਸੰਸਾਰ ਦੇ ਅੰਦਰ ਜਿੰਨੇ ਵੀ ਕੋਈ ਕਾਰ ਕਿਸੇ ਤਰ੍ਹਾਂ ਦੇ ਕੋਈ ਕੰਮ ਧੰਦੇ ਕਰਦੇ ਹੈ, ਕੋਈ ਕਿਸੇ ਤਰ੍ਹਾਂ ਦਾ ਵਿਹਾਰ, ਕੋਈ ਕਿਸੇ ਤਰ੍ਹਾਂ ਦਾ ਕਰਦਾ ਹੈ, ਉਹ ਕਰਨ ਵਾਲੇ ਵੀ ਸੰਸਾਰ ਤੋਂ ਚਲੇ ਜਾਂਦੇ ਹਨ।
ਔਰ ਸੰਸਾਰ ਦੇ ਕੋਈ ਨਾ ਕੋਈ ਨਿਤ ਨਵਾਂ ਸਾਧ ਸੰਗਤ ਜੀ ਕਾਰ ਸੰਸਾਰ ਦੇ ਅੰਦਰ ਪ੍ਰਚਲਿਤ ਹੋ ਜਾਂਦੀ ਹੈ। ਕੋਈ ਨਿਤ ਨਵਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਪ੍ਰਕਾਰ ਦਾ ਸੰਸਾਰ ਦੇ ਅੰਦਰ ਕੰਮ ਖੋਲ੍ਹਿਆ ਜਾਂਦਾ, ਸ਼ੁਰੂਆਤ ਕੀਤੀ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਦੀ ਕਾਰ ਹੈ, ਵਾਹਿਗੁਰੂ ਦੀ ਭਗਤੀ ਦੀ ਕਾਰ ਹੈ, ਇਹ ਸਦੀਵੀ ਕਾਲ ਰਹਿਣ ਵਾਲੀ ਹੈ। ਜੋ ਆਦਿ ਕਾਲ ਦੇ ਵਿੱਚ ਵੀ ਸੱਚੀ ਸੀ, ਜੁਗਾਂ ਜੁਗਾਂ ਵਿੱਚ ਵੀ ਸੱਚੀ ਸੀ, ਹੁਣ ਵੀ ਸੱਚੀ, ਆਉਣ ਵਾਲੇ ਸਮੇਂ ਵਿੱਚ ਵੀ ਸੱਚੀ ਹੋਵੇਗੀ। ਐਸੀ ਪ੍ਰਮਾਤਮਾ ਦੇ ਭਗਤੀ ਦੀ ਕਾਰ ਸਭ ਤੋਂ ਸ਼੍ਰੋਮਣੀ ਤੇ ਪਰਮ ਹੈ। ਵਾਹਿਗੁਰੂ ਦਾ ਨਾਮ ਆਦਿ ਕਾਲ ਦੇ ਵਿੱਚ ਵੀ ਉਸੇ ਤਰ੍ਹਾਂ ਸੀ, ਹੁਣ ਵੀ ਉਸੇ ਤਰ੍ਹਾਂ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਸੇ ਤਰ੍ਹਾਂ ਹੀ ਹੋਵੇਗਾ। ਪਰਮੇਸ਼ਰ ਦਾ ਨਾਮ ਜਿਵੇਂ ਪਹਿਲਾਂ ਆਦਿ ਕਾਲ ਦੇ ਵਿੱਚ ਜਾਂ ਜੁਗਾਂ ਜੁਗਾਂ ਦੇ ਵਿੱਚ ਪ੍ਰਤਾਪ ਵਾਲਾ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜ਼ੂਰ ਕਹਿੰਦੇ ਨੇ, ਸੱਚੇ ਤੇਰੀ ਕਾਰ, ਹੇ ਪ੍ਰਮਾਤਮਾ, ਇਸ ਸੰਸਾਰ ਦੇ ਸਭ ਕਾਰਜਾਂ ਵਿਹਾਰਾਂ ਦੇ ਨਾਲੋਂ ਤੁਹਾਡੀ ਭਗਤੀ ਰੂਪ ਕਾਰ ਮਹਾਰਾਜ ਸਦਾ ਰਹਿਣ ਵਾਲੀ ਸੱਚੀ ਹੈ। ਦੇਹ ਦਇਆਲ ਤੂੰ, ਹੇ ਦਇਆਲੂ ਪ੍ਰਮਾਤਮਾ, ਦਇਆ ਦੇ ਘਰ ਵਿੱਚ ਆ ਕੇ ਮਹਾਰਾਜ ਸਾਨੂੰ ਭਗਤੀ ਦੀ ਕਾਰ ਕਿਰਪਾ ਕਰਕੇ ਦੇਣਾ ਕਰੋ। ਕਿਉਂਕਿ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਆਪ ਜੀ ਕਿਰਪਾਲੂ ਹੋ ਜਾਂਦੇ ਮਹਾਰਾਜ, ਹਿਰਦੇ ਦਾ ਪਿਆਰ, ਅੰਦਰ ਦੀ ਭਾਵਨਾ ਦੇਖ ਕਰਕੇ ਤਰੁੱਠ ਜਾਂਦੇ, ਉਹਨਾਂ ਨੂੰ ਭਗਤੀ ਦੀ ਕਾਰ ਬਖਸ਼ਿਸ਼ ਕਰ ਦਿੰਦੇ ਹੋ। ਨਹੀਂ ਤਾਂ ਸੰਸਾਰ ਦੇ ਜੀਵ ਭੋਗ ਪਦਾਰਥਾਂ ਵਿੱਚ ਹੀ ਲੱਗੇ ਰਹਿੰਦੇ ਹਨ, ਹਰ ਸਮੇਂ ਧਨ ਦੀ, ਪਦਾਰਥਾਂ ਦੀ, ਧੀਆਂ ਪੁੱਤਰਾਂ ਦੀ ਮੰਗ ਮੰਗਦੇ ਹਨ। ਮਹਾਰਾਜ ਜਿਨ੍ਹਾਂ ਨੂੰ ਸੋਝੀ ਬਖਸ਼ਿਸ਼ ਕਰਦੇ ਹੋ, ਨਾਮ ਦੀ ਦਾਤ ਆਪ ਜੀ ਦੇ ਚਰਨਾਂ ਵਿੱਚੋਂ ਮੰਗਦੇ ਹੈ ਕਿ ਸਭ ਤੋਂ ਸ਼੍ਰੋਮਣੀ ਦਾਤ ਹੈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਇਹ ਸਭ ਤੋਂ ਸ਼੍ਰੋਮਣੀ ਤੇ ਪਰਮ ਦਾਤ ਜਾਣ ਕਰਕੇ ਗੁਰਮੁਖ ਪਿਆਰੇ ਆਪ ਜੀ ਦੀ ਸਨਮੁਖ ਹੋ ਕਰਕੇ ਬੇਨਤੀਆਂ ਕਰ ਕਰਕੇ ਜਾਚਨਾ ਕਰਦੇ ਹਨ, ਜਿਨ੍ਹਾਂ ਨੂੰ ਮਹਾਰਾਜ ਆਪ ਜੀ ਸੋਝੀ ਬਖਸ਼ਿਸ਼ ਕਰਦੇ ਹੋ। ਇਸ ਲਈ ਹਜ਼ੂਰ ਸੱਚੀ ਤੇਰੀ ਕਾਰ ਦੇਹ ਦਇਆਲ ਤੋਂ, ਹੇ ਦਇਆਲੂ ਕਿਰਪਾਲੂ ਪ੍ਰਮਾਤਮਾ, ਦਇਆ ਦੇ ਘਰ ਵਿੱਚ ਆ ਕੇ ਮਹਾਰਾਜ ਸਾਨੂੰ ਜੀਵਨ ਦੇ ਅੰਦਰ ਸੱਚੀ ਭਗਤੀ ਦੀ ਕਾਰ ਦੇਣਾ ਕਰੋ। ਹਉ ਜੀਵਾ ਤੁਧ ਸਲਾਹੇ, ਕਿਉਂਕਿ ਤੁਹਾਡੀ ਸਲਾਹੁਣਾ ਕਰਕੇ, ਤੁਹਾਡੀ ਸਿਫਤ ਸਲਾਹਾਂ ਗਾ ਕੇ ਹੀ ਮਹਾਰਾਜ ਅਸੀਂ ਜੀਵਤ ਭਾਵ ਵਿੱਚ ਰਹਿੰਦੇ ਹਾਂ। ਜੇ ਮਹਾਰਾਜ ਤੁਹਾਡਾ ਨਾਮ ਚੇਤੇ ਰਹਿੰਦਾ, ਸਾਡੇ ਹਿਰਦੇ ਅੰਦਰ ਯਾਦ ਰਹਿੰਦਾ, ਤਾਂ ਹੀ ਜੀਵਤ ਭਾਵ ਵਿੱਚ ਰਹਿੰਦੇ ਹਾਂ। ਨਹੀਂ ਤਾਂ ਆਖਾਂ ਜੀਵਾ ਵਿਸਰੈ ਮਰ ਜਾਓ, ਐਸੀ ਮਹਾਰਾਜ ਸਾਡੀ ਹਾਲਤ ਬਣ ਜਾਂਦੀ ਹੈ। ਮੈਂ ਟੇਕ ਆਧਾਰ ਤੂੰ, ਕਿਉਂਕਿ ਮਹਾਰਾਜ ਮਨ ਕਰਕੇ ਵੀ ਤੁਹਾਡੀ ਸਾਨੂੰ ਟੇਕ ਹੈ, ਬਾਣੀ ਕਰਕੇ ਵੀ ਤੁਹਾਡਾ ਮਹਾਰਾਜ ਸਾਨੂੰ ਆਸਰਾ ਹੈ, ਸਰੀਰ ਕਰਕੇ ਵੀ ਤੁਹਾਡੇ ਚਰਨਾਂ ਦਾ ਸਾਨੂੰ ਆਸਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਗੁਰਸਿੱਖ ਇਹੋ ਬੇਨਤੀ ਕਰਿਆ ਕਰ ਗੁਰੂ ਚਰਨਾਂ ਵਿੱਚ ਸਨਮੁਖ ਹੋ ਕਰਕੇ ਗਰੀਬ ਨਵਾਜ। ਐ ਸਤਿਗੁਰੂ ਜੀ, ਆਪ ਜੀ ਦੇ ਚਰਨਾਂ ਵਿੱਚ ਆ ਕੇ ਅਸੀਂ ਬੇਨਤੀ ਕਰਦੇ, ਮਹਾਰਾਜ ਹੋ ਜੀਵਾ ਤੁਧ ਸਲਾਹੇ, ਮੈਂ ਟੇਕ ਆਧਾਰ ਤੋਂ। ਇਸ ਲੋਕ ਵਿੱਚ ਵੀ ਮਹਾਰਾਜ ਤੁਹਾਡੇ ਚਰਨਾਂ ਦੀ ਸਾਨੂੰ ਟੇਕ ਹੈ, ਪਰ ਲੋਕ ਵਿੱਚ ਵੀ ਮਹਾਰਾਜ ਤੁਹਾਡਾ ਹੀ ਸਾਨੂੰ ਆਸਰਾ ਹੈ। ਆਪ ਕਿਰਪਾ ਕਰਕੇ ਮਹਾਰਾਜ ਸਾਡੇ ਅੰਗ ਸੰਗ ਹੋ ਕਰਕੇ ਰੱਖਿਆ ਕਰਨ ਵਾਲੇ ਹੋ। ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਤੋਂ ਬਿਨਾਂ ਸਾਨੂੰ ਕਿਸੇ ਦਾ ਆਸਰਾ ਨਹੀਂ ਹੈ। ਦਰ ਸੇਵਕ ਦਰਬਾਨ, ਜਿਵੇਂ ਸਾਧ ਸੰਗਤ ਜੀ ਦਰਬਾਰ 'ਚ ਹੀ ਹੁੰਦੇ ਆ ਨਾ, ਜਿਨ੍ਹਾਂ ਨੂੰ ਪਹਿਰੇਦਾਰ ਕਿਹਾ ਜਾਂਦਾ ਹੈ, ਬਾਦਸ਼ਾਹ ਦੇ ਦਰਵਾਜ਼ਿਆਂ ਤੇ ਜੋ ਖੜੇ ਹੁੰਦੇ ਹੈ, ਜੋ ਹਰ ਇੱਕ ਮਨੁੱਖ ਨੂੰ ਬਾਦਸ਼ਾਹ ਦੇ ਕੋਲ ਜਾਣ ਨਹੀਂ ਦੇਣਾ ਕਰਦੇ। ਪਹਿਲਾਂ ਪੁੱਛਦੇ ਹਨ ਕੌਣ ਹੈ, ਚੰਗੀ ਤਰ੍ਹਾਂ ਪੁੱਛ ਪੜਤਾਲ ਕੀਤੀ ਜਾਂਦੀ ਹੈ। ਜੇ ਕੋਈ ਬਾਦਸ਼ਾਹ ਦੇ ਯੋਗ ਹੋਵੇ ਨਾ ਮਿਲਣੇ ਦੇ, ਉਸੇ ਨੂੰ ਹੀ ਅੰਦਰ ਜਾਣ ਦਿੱਤਾ ਜਾਂਦਾ ਹੈ। ਵਾਧੂ ਮਨੁੱਖ ਨਹੀਂ ਕੋਈ ਜਾਣ ਦਿੰਦੇ। ਇਹ ਦਰਬਾਰਚੀਆਂ ਦੇ ਉਹਨਾਂ ਦਾ ਸਾਧ ਸੰਗਤ ਜੀ ਇਹ ਡਿਊਟੀ ਹੁੰਦੀ ਹੈ, ਉਹਨਾਂ ਦੀ ਸੇਵਾ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਦਾਹਰਣ ਦੇ ਕਰਕੇ ਉਚਾਰਨ ਕਰ ਰਹੇ ਨੇ, ਦਰ ਸੇਵਕ ਦਰਬਾਨ। ਮਹਾਰਾਜ ਜਿਹੜੇ ਦਰਬਾਰ 'ਚ ਹੁੰਦੇ ਆ ਨਾ, ਅਥਵਾ ਜਿਹੜੇ ਆਪ ਜੀ ਦੀ ਸਤ ਸੰਗਤ ਰੂਪ ਕਰਦੇ, ਹੇ ਬਾਦਸ਼ਾਹ ਰੂ ਮਾਲਕ ਪਰਮਾਤਮਾ, ਜਿਹੜੇ ਤੁਹਾਡੇ ਸੇਵਕ ਬਣ ਗਏ ਹਨ, ਜਿਨ੍ਹਾਂ ਨੇ ਦਰਬਾਰ 'ਚ ਹੀ ਆਪ ਜੀ ਦੇ ਘਰ ਦੇ ਸੇਵਕ ਬਣ ਜਾਣਾ ਕੀਤਾ। ਹੇ ਗਰੀਬ ਨਵਾਜ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਜੋ ਵਿਸ਼ਿਆਂ ਵਿਕਾਰਾਂ ਰੂਪੀ ਮਹਾਰਾਜ ਐਰੇ ਗਹਿਰੇ ਸੰਸਾਰ ਦੇ ਮਨੁੱਖਾਂ ਨੂੰ ਅੰਦਰ ਪ੍ਰਵੇਸ਼ ਨਹੀਂ ਹੋਣ ਦੇਣਾ ਕੀਤਾ, ਜੋ ਤੁਹਾਡੇ ਸੇਵਕ ਬਣ ਗਏ ਹੈ, ਤੁਹਾਡੇ ਦਰ ਦੇ ਦਰਬਾਰ 'ਚ ਹੀ ਬਣ ਗਏ ਹਨ। ਮਹਾਰਾਜ
ਉਹ ਮਾੜੇ ਵਿਕਲਪਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਹਿਰਦੇ ਰੂਪ ਘਰ ਦੇ ਅੰਦਰ ਪ੍ਰਵੇਸ਼ ਨਹੀਂ ਹੋਣ ਦੇਣਾ ਕਰਦੇ। ਵਿਕਾਰਾਂ ਨੂੰ ਵੀ ਮਹਾਰਾਜ ਹਿਰਦੇ ਅੰਦਰ ਪ੍ਰਵੇਸ਼ ਨਹੀਂ ਹੋਣ ਦਿੰਦੇ, ਕਰੜਾ ਪਹਿਰਾ ਲਗਾ ਕਰਕੇ ਰੱਖਦੇ ਹਨ। ਸੰਕਲਪਾਂ ਵਿਕਲਪਾਂ ਨੂੰ ਮਹਾਰਾਜ ਉਹ ਆਪਣੇ ਵਸ ਵਿੱਚ ਕਰਕੇ ਰੱਖਦੇ ਹਨ। ਇਸ ਲਈ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਦਰ ਸੇਵਕ ਦਰਵਾਨ। ਮਹਾਰਾਜ ਜਿਹੜੇ ਤੁਹਾਡੇ ਦਰ ਦੇ ਸੇਵਕ ਬਣ ਜਾਂਦੇ ਉਹ ਅਸਲ ਦਰਬਾਰ 'ਚ ਹੀ ਬਣਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਐਸੇ ਉਹ ਦਰਬਾਰ 'ਚ ਹੀ ਹੁੰਦੇ ਹੈ ਜੋ ਸਦਾ ਹੀ ਆਪ ਜੀ ਨੂੰ ਯਾਦ ਰਹਿੰਦੇ ਹਨ। ਦਰਦ ਤੂੰ ਜਾਣਹੀ। ਤੇ ਮਹਾਰਾਜ ਉਹਨਾਂ ਦਰਬਾਰ ਜੀਆਂ ਦੇ ਅੰਦਰ ਦੀ ਜੋ ਪੀੜਾ ਹੈ ਨਾ, ਤੁਹਾਡੇ ਮਿਲਾਪ ਦੀ, ਤੁਹਾਡੇ ਤੋਂ ਵਿਛੜਨੇ ਕਰਕੇ ਮਹਾਰਾਜ ਜਿਹੜੀ ਪੀੜਾ ਹੈ, ਪਰਮੇਸ਼ਰ ਆਪ ਹੀ ਉਹਨਾਂ ਦੇ ਅੰਦਰ ਦੀ ਦਰਦ ਨੂੰ, ਪੀੜਾ ਨੂੰ ਜਾਣਦੇ ਹੋ। ਕਿਉਂਕਿ ਪਰਮਾਤਮਾ ਐਸਾ ਅਕਾਲ ਪੁਰਖ ਅੰਤਰਜਾਮੀ ਹੈ। ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਭਲਿਆਂ ਦੀ ਬੁਰਿਆਂ ਦੀ ਪੀੜਾਂ ਦੀ ਪਹਿਚਾਨ ਕਰਨ ਵਾਲਾ ਪਰਮਾਤਮਾ ਅੰਤਰਜਾਮੀ ਆਪ ਹੈ। ਐਸਾ ਉਹ ਵਾਹਿਗੁਰੂ ਹੈ, ਬਿਨ ਬਕਨੇ ਬਿਨ ਕਹਿਨ ਕਹਾਵਨ, ਅੰਤਰਜਾਮੀ ਜਾਣੈ ਗਰੀਬ ਨਵਾਜ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਪਰਮਾਤਮਾ ਦਰਦ ਤੂੰ ਜਾਣਹੀ। ਮਹਾਰਾਜ ਤੁਹਾਡੇ ਸੇਵਕ ਬਣ ਗਏ ਹੈ, ਹਰ ਸਮੇਂ ਅਰਦਾਸਾਂ ਕਰਦੇ ਰਹਿੰਦੇ ਹਨ। ਬਹੁਤ ਜਨਮ ਬਿਛਰੇ ਥੇ ਮਾਧਵ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵ, ਚਿਰ ਪਇਓ ਦਰਸ਼ਨ ਦੇਖੇ। ਮਹਾਰਾਜ ਲੰਬੇਰੇ ਸਮੇਂ ਬਾਅਦ ਇਹ ਮਾਨਸ ਜੀਵਨ ਦੀ ਪ੍ਰਾਪਤੀ ਹੋਈ ਹੈ। ਕਿਰਪਾ ਕਰੋ, ਦੀਦਾਰ ਬਖਸ਼ਿਸ਼ ਕਰਕੇ ਮਹਾਰਾਜ ਸਾਡਾ ਜੀਵਨ ਸਫਲ ਬਣਾ ਦੇਵੋ। ਐਸੇ ਗੁਰਮੁਖਾਂ ਦਾ ਨਿਸ਼ਚਾ ਹੁੰਦਾ ਹੈ, ਹਰ ਸਮੇਂ ਸਤਿਗੁਰੂ ਜੀ ਦੀ ਸਨਮੁਖ ਹੋ ਕਰਕੇ ਬੇਨਤੀਆਂ ਕਰਦੇ ਨੇ। ਸੰਸਾਰ ਦੇ ਲੋਕ ਭਾਵੇਂ ਉਹਨਾਂ ਨੂੰ ਪਾਗਲ ਕਹਿ ਦਿੰਦੇ ਹਨ, ਝੱਲੇ ਕਹਿ ਦਿੰਦੇ ਹਨ, ਬੇਸਮਝੇ ਕਹਿ ਦਿੰਦੇ ਹਨ। ਜਿਹੜੇ ਸੰਸਾਰ ਦੇ ਲੋਕ ਹੈ, ਇਹ ਜਗਤ ਦੀ ਰੀਤੀ ਇੱਦਾਂ ਦੀ ਹੈ। ਸੰਸਾਰ ਦੇ ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵੀ ਨਹੀਂ ਸੀ ਬਖਸ਼ਿਆ। ਜਦੋਂ ਮਹਾਰਾਜ ਮਸਾਣਾ ਵਿੱਚ ਜਾ ਕਰਕੇ ਬੈਠ ਗਏ ਤੇ ਕੋਈ ਮਹਾਰਾਜ ਨੂੰ ਕਹਿੰਦੇ ਕਿ ਭੂਤਨਾ ਹੈ, ਕੋਈ ਕਹਿੰਦਾ ਪ੍ਰੇਤ ਹੈ, ਕੋਈ ਕਹਿੰਦਾ ਜਿੰਨ ਇਹਨਾਂ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ ਹੈ। ਸਤਿਗੁਰੂ ਜੀ ਨੇ ਬਚਨ ਵੀ ਉਚਾਰਨ ਕੀਤਾ ਹੈ ਗੁਰਬਾਣੀ ਅੰਦਰ, ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ, ਨਾਨਕ ਵਿਚਾਰਾ। ਕਹਿੰਦੇ ਅਸੀਂ ਤਾਂ ਪਿਆਰੇ ਮਾਲਕ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਬੈਠੇ ਸਾਂ, ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਸਾਂ। ਸੰਸਾਰ ਦੇ ਲੋਕ ਸਾਨੂੰ ਕੋਈ ਭੂਤ ਕਹੀ ਜਾਂਦਾ, ਕੋਈ ਪ੍ਰੇਤ ਕਹੀ ਜਾਂਦਾ, ਕੋਈ ਕਹਿੰਦਾ ਕਿ ਜਿੰਨ ਇਹਨਾਂ ਦੇ ਅੰਦਰ ਪ੍ਰਵੇਸ਼ ਹੋ ਗਿਆ ਹੈ। ਇਹ ਸੰਸਾਰ ਦੇ ਲੋਕਾਂ ਦੀ ਸੋਚ ਸੀ, ਪਰ ਸਾਡਾ ਪਿਆਰ ਪਰਮਾਤਮਾ ਦੇ ਚਰਨਾਂ ਵਿੱਚ ਲੱਗਾ ਸੀ, ਸਾਡੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਟਿਕੀ ਹੋਈ ਸੀ। ਮਹਾਰਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ, ਦਰਦ ਤੂੰ ਜਾਣਹੀ। ਪਰਮਾਤਮਾ ਤੂੰ ਹੀ ਆਪਣੇ ਸੇਵਕਾਂ ਦੀ ਪੀੜਾ ਨੂੰ ਪਹਿਚਾਣਦਾ ਹੈ। ਜੋ ਪਿਆਰ ਵਿੱਚ ਭਿੱਜ ਕੇ ਮਹਾਰਾਜ ਵੈਰਾਗ ਵਿੱਚ ਆ ਕਰਕੇ ਤੁਹਾਡੀ ਯਾਦ ਵਿੱਚ ਜੁੜੇ ਰਹਿੰਦੇ ਹੈ। ਸੰਸਾਰ ਦੇ ਲੋਕ ਭਾਵੇਂ ਉਹਨਾਂ ਦਾ ਖੰਡਨ ਵੀ ਕਰਦੇ ਹਨ ਕਿ ਪਖੰਡ ਕਰਦਾ ਹੈ, ਨੇਤਰਾਂ ਵਿੱਚੋਂ ਜਲ ਵਗਾਈ ਜਾਂਦਾ ਹੈ, ਪਰ ਮਹਾਰਾਜ ਆਪਣੇ ਸੇਵਕਾਂ ਦੇ ਅੰਦਰ ਦੀ ਪੀੜਾ ਨੂੰ ਆਪ ਹੀ ਜਾਣਨ ਵਾਲੇ ਹੋ। ਮਹਾਰਾਜ ਜੋ ਪਿਆਰ ਵਿੱਚ ਭਿੱਜ ਕੇ ਤੁਹਾਡੀ ਯਾਦ ਵਿੱਚ ਜੁੜਦੇ ਹਨ, ਤੁਹਾਡੇ ਤੋਂ ਬਿਨਾਂ ਕੋਈ ਮਹਾਰਾਜ ਉਹਨਾਂ ਦੇ ਅੰਦਰ ਦੀ ਪੀੜਾ ਨੂੰ ਜਾਣਦਾ ਨਹੀਂ ਹੈ ਕਿ ਤੁਹਾਡੇ ਵਿਛੋੜੇ ਕਰਕੇ ਮਹਾਰਾਜ ਵੈਰਾਗ ਵਿੱਚ ਭਿੱਜ ਕੇ ਤੁਹਾਡੀ ਯਾਦ ਵਿੱਚ ਜੁੜੇ ਰਹਿੰਦੇ ਹਨ। ਭਗਤ ਤੇਰੀ ਹੈਰਾਨ। ਹੇ ਪ੍ਰਮਾਤਮਾ ਜੀ, ਆਪ ਜੀ ਦੀ ਭਗਤੀ ਹੈਰਾਨੀਜਨਕ ਹੈ, ਅਚਰਜ ਹੈ, ਅਚੰਭੇ ਦੀ ਹੈ, ਹੈਰਾਨ ਕਰ ਦੇਣ ਵਾਲੀ ਮਹਾਰਾਜ ਤੁਹਾਡੀ ਭਗਤੀ ਹੈ। ਸਾਧ ਸੰਗਤ ਜੀ, ਵਾਹਿਗੁਰੂ ਦੀ ਬੰਦਗੀ ਕਰਨੀ, ਪਰਮਾਤਮਾ ਦੀ ਭਗਤੀ ਕਰਨੀ, ਇਹ ਵੀ ਜ਼ਿੰਦਗੀ ਵਿੱਚ ਇੱਕ ਮਸ਼ੱਕਤ ਘਾਲਣੀ ਹੈ। ਜਿਵੇਂ ਕੋਈ ਮਨੁੱਖ ਮਿਹਨਤ ਕਰਦਾ ਹੈ ਨਾ, ਜੀਵਨ ਅੰਦਰ ਕੋਈ ਮਿਹਨਤ ਕਰਦਾ ਹੈ, ਘਾਲਣਾ ਘਾਲਦਾ ਹੈ ਕਿ ਮੈਂ ਆਪਣੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚਣਾ, ਮੰਜ਼ਿਲ ਤੇ ਪਹੁੰਚਣਾ ਹੈ। ਹਰ ਕੋਈ ਮਨੁੱਖ ਮਿਹਨਤ ਕਰਦਾ, ਕਿਉਂਕਿ ਕੋਈ ਵੀ ਕੰਮ ਹੈ ਸਿਰੇ ਤਾਂ ਹੀ ਚੜ੍ਹਦਾ, ਉਹਦੇ ਵਿੱਚ ਸਫਲਤਾ ਤਾਂ ਮਿਲਦੀ ਜੇ ਮਿਹਨਤ ਕਰਦਾ ਹੈ। ਆਲਸੀ ਬੰਦਾ ਨਹੀਂ ਕਦੇ ਵੀ ਕਿਸੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚ ਸਕਦਾ। ਭਾਵੇਂ ਕੋਈ ਵਿਵਹਾਰਕ ਕਾਰਜ ਹੈ, ਚਾਹੇ ਪਰਮਾਰਥਿਕ ਕਾਰਜ ਹੈ, ਭਾਵੇਂ ਬੰਦਗੀ ਦਾ ਰਸਤਾ ਹੈ, ਭਾਵੇਂ ਕੋਈ ਦੁਨਿਆਵੀ ਰਸਤਾ ਹੈ, ਮਿਹਨਤ ਤੋਂ ਬਿਨਾਂ, ਮਸ਼ੱਕਤ ਘਾਲਣ ਤੋਂ ਬਿਨਾਂ ਕਦੇ ਮਿੱਥੇ ਹੋਏ ਨਿਸ਼ਾਨੇ ਤੇ ਪਹੁੰਚਿਆ ਹੀ ਨਹੀਂ ਜਾ ਸਕਦਾ। ਤੋ ਇਸ ਲਈ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਗਤ ਤੇਰੀ ਹੈਰਾਨ।
ਮਹਾਰਾਜ ਤੁਹਾਡੀ ਜਿਹੜੀ ਭਗਤੀ ਹੈ ਨਾ ਹੈਰਾਨੀਜਨਕ ਹੈ। ਭਗਤੀ ਦੀ ਬੰਦਗੀ ਦੀ ਜਿਹੜੀ ਮਹਾਰਾਜ ਮਸ਼ੱਕਤ ਘਾਲਣੀ ਹੈ, ਸਦ ਸੰਗਤ ਦੁਨਿਆਵੀ ਜਿਹੜੀ ਮਸ਼ੱਕਤ ਘਾਲਣੀ, ਮਿਹਨਤ ਕਰਨੀ, ਉਹਦਾ ਬਾਅਦ ਵਿੱਚ ਜਾ ਕੇ ਫਲ ਮਿਲਦਾ। ਕੋਈ ਵੀ ਦੁਨੀਆ ਦੀ ਮਿਹਨਤ ਕਰ ਲਵੇ, ਕੋਈ ਵੀ ਸੰਸਾਰ ਦੇ ਅੰਦਰ ਮਸ਼ੱਕਤ ਘਾਲ ਲਵੇ, ਜੋ ਘਾਲਣ ਤੋਂ ਬਾਅਦ ਵੀ ਜਾ ਕੇ ਉਹਦਾ ਫਲ ਮਿਲਦਾ ਹੈ, ਲਾਹਾ ਮਿਲਦਾ ਹੈ। ਪਰ ਇੱਕ ਪਰਮੇਸ਼ਰ ਦੀ ਭਗਤੀ ਦੀ ਐਸੀ ਇਹ ਮਸ਼ੱਕਤ ਹੈ, ਐਸੀ ਘਾਲਣਾ ਹੈ, ਪਰਮੇਸ਼ਰ ਦੀ ਐਸੀ ਬੰਦਗੀ ਹੈ, ਜੇ ਮਨ ਵਿੱਚ ਪਿਆਰ ਦੇ ਨਾਲ ਭਾਵਨਾ ਬਣਾ ਕੇ ਅਰਦਾਸ ਵੀ ਕਰ ਦੇਵੇ ਨਾ, ਮਹਾਰਾਜ ਮੈਂ ਆਪ ਜੀ ਦੀ ਭਗਤੀ ਸ਼ੁਰੂ ਕਰਨੀ, ਮਹਾਰਾਜ ਪਿੱਛੇ ਜੋ ਭੁੱਲਾਂ ਹੋ ਗਈਆਂ ਮੈਨੂੰ ਬਖਸ਼ ਲਓ। ਸਤਿਗੁਰੂ ਜੀ ਮਹਾਨ ਬਖਸ਼ਿਸ਼ਾਂ ਕਰ ਦਿੰਦੇ ਹਨ। ਸਤ ਸੰਗਤ ਜੀ, ਭਗਤ ਜਨਾਂ ਦਾ ਇਤਿਹਾਸ ਇਹ ਸਾਖ ਭਰਦਾ ਹੈ। ਭਗਤ ਧਰੂ ਜੀ ਜਿਸ ਸਮੇਂ ਜੰਗਲ ਵਿੱਚ ਬੰਦਗੀ ਕਰਨ ਦੇ ਵਾਸਤੇ ਤੁਰੇ ਹੈ ਨਾ, 5 ਕੁ ਸਾਲ ਦੀ ਆਰਬਲਾ, ਉਸ ਸਮੇਂ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਸਾਖ ਵੀ ਭਰੀ ਹੈ। 5 ਬਰਖ ਕੋ ਅਨਾਥ ਧਰੂ ਬਾਰਿਕ, ਹਰ ਅੰਮ੍ਰਿਤ ਅਮਰ ਅਟਾਰੇ। ਪਰਮੇਸ਼ਰ ਦੀ ਭਗਤੀ ਕਰਨ ਦੇ ਵਾਸਤੇ ਭਗਤ ਧਰੂ ਜੀ ਕੇਵਲ 5 ਸਾਲ ਦੀ ਆਰਬਲਾ ਵਿੱਚ ਸੰਘਣੀ ਜੰਗਲ ਦੇ ਵੱਲ ਤੁਰੇ ਜਾ ਰਹੇ ਨੇ। ਬੀਆਬਾਨ ਭਿਆਨਕ ਜੰਗਲ ਹੈ, ਤੇ ਨਾਰਦ ਮੁਨੀ ਦੇ ਨਾਲ ਮਿਲਾਪ ਹੋਇਆ ਰਸਤੇ ਵਿੱਚ। ਕਹਿੰਦੇ ਕਿ ਸ਼ੇਰ ਖਾ ਜਾਵੇਗਾ, ਕਹਿੰਦੇ ਕੋਈ ਪਰਵਾਹ ਨਹੀਂ ਹੈ। ਨਾਮ ਦੀ ਦਾਤ ਲੈ ਕੇ ਪਰਮੇਸ਼ਰ ਦੀ ਭਗਤੀ ਕਰਨ ਦੇ ਵੱਲ ਤੁਰ ਪਏ। ਤੇ ਕਹਿੰਦੇ ਕਿ ਪਿਤਾ ਉਤਾਨਪਾਦ ਨੂੰ ਨਾਰਦ ਮੁਨੀ ਨੇ ਜਾ ਕਰਕੇ ਲਾਹਨਤਾਂ ਪਾਈਆਂ ਸਨ ਕਿ ਛੋਟਾ ਜਿਹਾ ਤੇਰਾ ਪੁੱਤਰ ਹੈ, ਤੂੰ ਉਹਦੇ ਨਾਲ ਵਿਤਕਰਾ ਕਰਦਾ। ਦੇ 2 ਭਰਾ ਸਨ, ਇੱਕ ਉੱਤਮ ਤੇ ਇੱਕ ਭਗਤ ਧਰੂ ਜੀ। ਉੱਤਮ ਮਾਰੇ ਗਏ ਸੀਗੇ ਜੱਖਾਂ ਦੇ ਨਾਲ ਜੰਗ ਕਰਦਿਆਂ ਹੋਇਆ, ਤੇ 2 ਹੀ ਮਾਵਾਂ ਸਨ ਇਹਨਾਂ ਦੀਆਂ। ਮਤਰੇਈ ਜਾਣ ਕਰਕੇ ਸਾਧ ਸੰਗਤ ਜੀ ਜਿਹੜੀ ਮਾਂ ਸੀ ਨਾ, ਉਹ ਇਹਨਾਂ ਦੇ ਨਾਲ ਬੜਾ ਵਿਵਹਾਰ ਜਿਹੜਾ ਸੀ ਮਾੜਾ ਕਰਦੀ ਸੀ। ਇੱਕ ਦਿਨ ਭਗਤ ਧਰੂ ਜੀ ਗੋਦ ਵਿੱਚ ਬੈਠੇ ਹੋਏ ਤੇ ਚਪੇੜ ਮਾਰ ਕਰਕੇ ਜਿਹੜੀ ਮਤਰੇਈ ਮਾਂ ਸੀ ਕਹਿਣ ਲੱਗੇ, ਇੰਨਾ ਹੀ ਚਾਅ ਪਿਤਾ ਦੀ ਗੋਦ ਵਿੱਚ ਬਹਿਣ ਦਾ ਤੇ ਮੇਰੀ ਕੁੱਖ ਤੋਂ ਜਨਮ ਲੈਂਦਾ। ਸਾਧ ਸੰਗਤ ਜੀ ਮਾਂ ਨੂੰ ਜਾ ਕਰਕੇ ਬੇਨਤੀ ਕਰਦੇ ਨੇ, ਇਹ ਮਾਂ ਤੂੰ ਮੈਨੂੰ ਦੱਸ ਗੋਲੀ ਹੈ ਕਿ ਰਾਣੀ ਹੈ? ਤੇ ਕਹਿਣ ਲੱਗੀ, ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਹੈ ਤਾਂ ਮੈਂ ਰਾਜੇ ਘਰਾਣਿਆਂ ਦੀ ਇਹ ਪੁੱਤਰ ਰਾਣੀ ਆ, ਪਰ ਪਰਮੇਸ਼ਰ ਦੀ ਬੰਦਗੀ ਨਾ ਕਰਨੇ ਕਰਕੇ ਸਾਡੇ ਨਾਲ ਗੋਲਿਆਂ ਵਾਲਾ ਵਿਵਹਾਰ ਹੋ ਰਿਹਾ ਹੈ। ਤਾਂ ਹੀ ਸਾਡੇ ਨਾਲ ਇੱਦਾਂ ਦਾ ਵਿਵਹਾਰ ਹੋ ਰਿਹਾ ਹੈ, ਕਿਉਂਕਿ ਜ਼ਿੰਦਗੀ ਵਿੱਚ ਪਰਮਾਤਮਾ ਦੀ ਬੰਦਗੀ ਨੇ ਕੀਤੀ, ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਤੇ ਕਹਿਣ ਲੱਗੇ, ਹੇ ਮਾਂ ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਨ ਮੀਤਾ। ਮੈਂ ਕਿਹੜਾ ਉਦਮ ਕਰਾਂ, ਕਿਹੜਾ ਯਤਨ ਕਰਾਂ, ਕਿਹੜੀ ਮਿਹਨਤ ਕਰਾਂ, ਜਿਸ ਕਰਕੇ ਮੈਨੂੰ ਮੇਰੇ ਪਿਤਾ ਉਤਾਨਪਾਦ ਵਾਲਾ ਰਾਜ ਭਾਗ ਮਿਲ ਜਾਵੇ, ਮੇਰਾ ਹੱਕ ਮਿਲ ਜਾਵੇ। ਤੇ ਫਿਰ ਸਿਆਣੀ ਮਾਂ ਨੇ ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਸਮਝਾਇਆ। ਇਹ ਨਹੀਂ ਕਿਹਾ ਕਿ ਜਾ ਪੁੱਤਰ ਹੱਥ ਵਿੱਚ ਗੰਡਾਸਾ ਲੈ ਕੇ ਤੇ ਜਾ ਕੇ ਪਿਤਾ ਦੇ ਸਿਰ ਵਿੱਚ ਮਾਰ ਦੇ, ਤੈਨੂੰ ਸਭ ਕੁਝ ਮਿਲ ਜਾਣਾ, ਨਹੀਂ। ਭਗਤੀ ਵਾਲੀ ਇਹ ਪਿਆਰ ਪਰਮੇਸ਼ਰ ਦੇ ਚਰਨਾਂ ਦਾ ਸੀ। ਕਹਿਣ ਲੱਗੇ, ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ। ਕਿ ਪ੍ਰਮਾਤਮਾ ਦੀ ਭਗਤੀ ਕਰਨੇ ਕਰਕੇ ਹੀ ਪਤਿਤ ਤੋਂ ਪਾਵਨ ਹੋਈਦਾ, ਪਾਪੀਆਂ ਤੋਂ ਪਵਿੱਤਰ ਹੋਈਦਾ, ਸਭ ਦਾਤਾਂ ਮਿਲਦੀਆਂ ਨੇ। ਤੇ ਸਾਧ ਸੰਗਤ ਜੀ ਜਦੋਂ ਭਗਤੀ ਕਰਨ ਦੇ ਵਾਸਤੇ ਤੁਰੇ ਹੈ, ਰਾਜੇ ਉਤਾਨਪਾਦ ਨੂੰ ਪਤਾ ਲੱਗਾ ਤੇ ਫਿਰ ਮਗਰ ਜਾ ਕਰਕੇ ਕਹਿਣ ਲੱਗੇ ਕਿ ਇਹ ਪੁੱਤਰ ਤੂੰ ਘਰ ਵਾਪਸ ਆ ਜਾ, ਅੱਧਾ ਰਾਜ ਭਾਗ ਮੈਂ ਤੈਨੂੰ ਹੁਣੇ ਦੇ ਦਿੰਦਾ ਹਾਂ। ਤੇ ਮਨ ਵਿੱਚ ਖਿਆਲ ਕੀਤਾ, ਭਗਤ ਧਰੂ ਜੀ ਨੇ ਕਿਹਾ ਜੇ ਤਾਂ ਭਗਤੀ ਸ਼ੁਰੂ ਵੀ ਨਹੀਂ ਕੀਤੀ, ਅੱਧਾ ਰਾਜ ਭਾਗ ਮਿਲਣ ਦੇ ਵਾਸਤੇ ਮੈਨੂੰ ਤਿਆਰ ਹੋ ਗਿਆ, ਤੇ ਜੇ ਪ੍ਰਮਾਤਮਾ ਦੀ ਭਗਤੀ ਕਰਾਂਗਾ ਤੇ ਪਰਮੇਸ਼ਰ ਕਿੰਨੀਆਂ ਦਾਤਾਂ ਮੈਨੂੰ ਬਖਸ਼ੇਗਾ। ਇਨਕਾਰ ਕਰ ਦਿੱਤਾ ਕਿ ਨਹੀਂ ਪਿਤਾ, ਹੁਣ ਤਾਂ ਮੈਂ ਪ੍ਰਮਾਤਮਾ ਦੀ ਭਗਤੀ ਹੀ ਕਰਾਂਗਾ। ਮਸ਼ੱਕਤ ਘਾਲੀ, ਮਿਹਨਤ ਕੀਤੀ ਪ੍ਰਮਾਤਮਾ ਦੀ ਬੰਦਗੀ ਦੀ, ਵਾਹਿਗੁਰੂ ਦੀ ਭਗਤੀ ਦੀ। ਦੁਨਿਆਵੀ ਦਾਤਾਂ ਤਾਂ ਮਿਲੀਆਂ ਹੀ ਮਿਲੀਆਂ, ਉਹਦੇ ਨਾਲ ਨਾਲ ਅਟਲ ਪਦਵੀ ਵੀ ਭਗਤ ਧਰੂ ਜੀ ਨੇ ਪ੍ਰਾਪਤ ਕਰ ਲਈ ਹੈ। ਸੋ ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਭਗਤ ਤੇਰੀ ਹੈਰਾਨ। ਮਹਾਰਾਜ ਬੜੀ ਹੈਰਾਨੀਜਨਕ ਆਪ ਜੀ ਦੀ ਭਗਤੀ ਹੈ, ਬੜੀ ਅਚਰਜ ਆਪ ਜੀ ਦੀ ਭਗਤੀ ਹੈ। ਜਿਸ ਭਗਤੀ ਦੀ ਮਸ਼ੱਕਤ ਘਾਲਣ ਤੋਂ ਮਹਾਰਾਜ ਪਹਿਲਾਂ ਹੀ ਸਭ ਦਾਤਾਂ ਪ੍ਰਾਪਤ ਹੋ ਜਾਂਦੀ ਹੈ, ਐਸੀ ਮਹਾਰਾਜ ਅਚਰਜ ਆਪ ਜੀ ਦੀ ਭਗਤੀ ਹੈ। ਦਰਦ ਗਵਾਵਹੀ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕੇ ਆਪ ਜੀ ਦੀ ਭਗਤੀ ਕੀਤੀ ਹੈ, ਮਹਾਰਾਜ ਉਹਨਾਂ ਦੀ ਜੰਮਣ ਮਰਨ ਦੀ ਦਰਦ ਜੋ ਪੀੜਾ ਆਪ ਨੇ ਗਵਾ ਦਿੱਤੀ, ਦੂਰ ਕਰ ਦਿੱਤੀ ਹੈ।
ਪ੍ਰਤੱਖ ਵੀ ਮਹਾਰਾਜ ਸਭ ਉਹਨਾਂ ਦੀਆਂ ਪੀੜਾਂ ਦੂਰ ਕਰ ਦਿੱਤੀਆਂ। ਭਾਵੇਂ ਸਮੇਂ ਅਨੁਸਾਰ ਵਾਹਿਗੁਰੂ ਦੇ ਪਿਆਰੇ ਭਗਤ ਜਨਾਂ ਨੂੰ ਕਿੰਨੇ ਦੁੱਖ ਕਿੰਨੇ ਤਸੀਹੇ ਦੇਣ ਦੇ ਵੀ ਯਤਨ ਕੀਤੇ ਗਏ, ਪਰ ਪ੍ਰਮਾਤਮਾ ਨੇ ਕੋਈ ਆਂਚ ਨਹੀਂ ਆਉਣ ਦੇਣਾ ਕੀਤੀ। ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਭਗਤਾਂ ਦੀ ਲੱਜਿਆ ਰੱਖੀ ਹੈ। ਦਰਗਹਿ ਨਾਮ ਹਦੂਰ, ਜੋ ਵਾਹਿਗੁਰੂ ਦਾ ਨਾਮ ਜਪਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਪ੍ਰਮਾਤਮਾ ਸਦਾ ਹੀ ਉਹਨਾਂ ਦੇ ਹਦੂਰ ਹਾਜ਼ਰ ਨਾਜ਼ਰ ਹੋ ਕਰਕੇ ਰਹਿੰਦਾ ਹੈ। ਦਰਗਹਿ ਨਾਮ ਹਦੂਰ ਅਥਵਾ ਉਹ ਪ੍ਰਮਾਤਮਾ ਦੀ ਸੱਚੀ ਦਰਗਾਹ ਵਿੱਚ ਵਾਹਿਗੁਰੂ ਜੀ ਦੇ ਹਜ਼ੂਰ ਵਸਦੇ ਹਨ। ਜੋ ਹਿਰਦੇ ਹੋ ਕੇ ਪ੍ਰਮਾਤਮਾ ਦਾ ਨਾਮ ਜਪਦੇ ਹੈ, ਮਨੁੱਖ ਦੇ ਕਰਮਾਂ ਤੇ ਸਤ ਸੰਗਤ ਜੀ ਨਿਬੇੜਾ ਹੁੰਦਾ ਹੈ। ਮਹਾਰਾਜ ਜੀ ਦਾ ਅਸੀਂ ਮੁੱਖ ਵਾਕ ਪੜ੍ਹਦੇ ਹਾਂ, ਸਭ ਨੂੰ ਯਾਦ ਹੋਵੇਗਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਨੁੱਖ ਦੇ ਕਰਮਾਂ ਕਰਕੇ ਹੈ। ਜੇ ਚੰਗੇ ਕਰਮ ਕਰਦਾ, ਨਿਸ਼ਕਾਮ ਕਰਮ ਕਰਦਾ ਤੇ ਪ੍ਰਮਾਤਮਾ ਦੀ ਨੇੜਤਾ ਹੈ। ਸਕਾਮ ਕਰਮ ਕਰਦਾ, ਮੰਦੇ ਕਰਮ ਕਰਦਾ, ਫਿਰ ਪ੍ਰਮਾਤਮਾ ਤੋਂ ਦੂਰੀ ਮਿਲ ਜਾਂਦੀ ਹੈ। ਵਾਹਿਗੁਰੂ ਤੋਂ ਫਿਰ ਵਿਛੜ ਕਰਕੇ ਸੰਸਾਰ ਰੂਪ ਬੀਆਬਾਨ ਜੰਗਲ ਵਿੱਚ ਜਨਮ ਧਾਰਨ ਕਰ ਲੈਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਨੇ, ਦਰਗਹਿ ਨਾਮ ਹਦੂਰ, ਕਿ ਵਾਹਿਗੁਰੂ ਦਾ ਨਾਮ ਹੀ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਸਦਾ ਜੀਵ ਨੂੰ ਪ੍ਰਵਾਨਗੀ ਦਿਵਾਉਣ ਵਾਲਾ ਹੈ। ਗੁਰਮੁਖ ਜਾਣਸੀ, ਪਰ ਮਨਮੁਖਾਂ ਨੇ ਨਹੀਂ ਜਾਣਿਆ ਕਿ ਵਾਹਿਗੁਰੂ ਦਾ ਨਾਮ ਹੀ ਪ੍ਰਮਾਤਮਾ ਦੇ ਘਰ ਪ੍ਰਵਾਨਗੀ ਦਿਵਾਉਣ ਵਾਲਾ ਹੈ। ਗੁਰਮੁਖ ਜਾਣਸੀ, ਗੁਰਮੁਖਾਂ ਨੇ ਜਾਣਿਆ ਹੈ। ਜਿਨ੍ਹਾਂ ਨੇ ਜੀਵਨ ਵਿੱਚ ਗੁਰਮੁਖਤਾਈ ਧਾਰਨ ਕੀਤੀ, ਉਹਨਾਂ ਵਾਹਿਗੁਰੂ ਦੇ ਪਿਆਰਿਆਂ ਨੇ ਜਾਣ ਲਿਆ ਹੈ। ਬੇਲਾ ਸੱਚ ਪਰਵਾਨ, ਇਹ ਜੀਵ ਪਰਮੇਸ਼ਰ ਦੇ ਨਾਮ ਜਪਣ ਦਾ ਵੇਲਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੇ ਦਾ ਤੇਰੇ ਜੀਵਨ ਦੇ ਵੀ ਸ਼ੁਭ ਸਮਾਂ ਹੈ। ਵੇਲਾ ਨਾਮ ਸਮੇਂ ਦਾ ਹੈ, ਕਿਉਂਕਿ ਜ਼ਿੰਦਗੀ ਵਿੱਚ ਮਹਾਰਾਜ ਜੀ ਦੇ ਬੇਅੰਤ ਗੁਰਬਾਣੀ ਵਿੱਚ ਵਚਨ ਹਨ। ਇਹ ਮਨੁੱਖ ਜੀਵਨ ਦੇ ਵਿੱਚ ਉਹ ਵੇਲਾ, ਉਹ ਸਮਾਂ, ਉਹ ਘੜੀ, ਉਹ ਪਲ ਉਹ ਸਫਲਾ ਹੁੰਦਾ ਹੈ ਜਦੋਂ ਪਰਮਾਤਮਾ ਦੀ ਯਾਦ ਆਉਂਦੀ ਹੈ, ਜਦੋਂ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ। ਉਹ ਹੀ ਅਸਲ ਦੇ ਵਿੱਚ ਮਹਾਰਾਜ ਕਹਿੰਦੀ ਸਮਾਂ ਸਫਲਾ ਹੁੰਦਾ ਹੈ। ਸੋ ਦਿਨ ਸਫਲ ਗਣਿਆ ਜਿਤ ਪ੍ਰਭੂ ਮਿਲਾਇਆ ਰਾਮ। ਮਹਾਰਾਜ ਕਹਿੰਦੇ ਉਹ ਦਿਨ ਵੀ ਸਫਲਾ ਹੋ ਜਾਂਦਾ ਜਦੋਂ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ, ਵੇਲਾ ਸੱਚ ਪ੍ਰਵਾਨ। ਹੈ ਜੀਵ, ਇਹ ਸੱਚੇ ਨਾਮ ਜਪਣ ਦਾ ਵੇਲਾ ਹੈ। ਇਹ ਅਸਲ ਤੇਰਾ ਲਈ ਪਰਵਾਨਾ ਹੈ। ਜਿਵੇਂ ਜਿਸ ਮਨੁੱਖ ਦੇ ਕੋਲ ਪਰਵਾਨਾ ਹੋਵੇ ਨਾ, ਪ੍ਰਵਾਨਗੀ ਦਾ ਸਤ ਸੰਗਤ ਜੀ ਲਿਖਤ ਹੋਵੇ, ਉਹਨੂੰ ਕੋਈ ਟੋਕ ਨਹੀਂ ਸਕਦਾ, ਉਹਨੂੰ ਕੋਈ ਰੋਕ ਨਹੀਂ ਸਕਦਾ, ਉਹਦੀ ਰੁਕਾਵਟ ਨਹੀਂ ਕੋਈ ਬਣ ਕੇ ਬਾਦਸ਼ਾਹ ਦੇ ਕੋਲ ਮਿਲਣ ਤੋਂ ਕੋਈ ਰੋਕ ਨਹੀਂ ਸਕਦਾ। ਜਿਹਦੇ ਕੋਲ ਪਰਵਾਨਾ ਹੋਵੇ, ਪ੍ਰਵਾਨਗੀ ਜਿਸ ਨੂੰ ਮਿਲ ਜਾਵੇ। ਤੇ ਮਹਾਰਾਜ ਕਹਿੰਦੇ ਜਿਸ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦੀ ਪ੍ਰਵਾਨਗੀ ਹੈ, ਨਾਮ ਦਾ ਪਰਵਾਨਾ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਨੂੰ ਪ੍ਰਮਾਤਮਾ ਤੱਕ ਪਹੁੰਚਣ ਦੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦਾ, ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਜਿਨ੍ਹਾਂ ਕੋਲ ਸ਼ਬਦ ਦਾ ਪਰਵਾਨਾ ਹੈ। ਸ਼ਬਦ ਪਛਾਣ ਸੀ, ਇਹ ਜੀਵ ਸ਼ਬਦ ਦੁਆਰਾ ਹੀ ਉਸ ਪਰਮਾਤਮਾ ਦੇ ਸਰੂਪ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਸ਼ਬਦ ਦੁਆਰਾ ਹੀ ਮਹਾਰਾਜ ਕਹਿੰਦੇ ਹਨ ਉਸ ਵਾਹਿਗੁਰੂ ਦੇ ਬ੍ਰਹਮ ਸਰੂਪ ਨੂੰ ਪਹਿਚਾਣਿਆ ਜਾ ਸਕਦਾ ਹੈ। ਸਤ ਸੰਤੋਖ ਕਰ ਪਾਓ, ਜੀਵਨ ਦੇ ਅੰਦਰ ਸਤ ਕੀ ਹੈ? ਸੱਚ ਬੋਲਣਾ। ਸੰਤੋਖ, ਜੀਵਨ ਵਿੱਚ ਜੋ ਕੁਝ ਪ੍ਰਮਾਤਮਾ ਨੇ ਬਖਸ਼ਿਆ ਹੈ, ਰਜ਼ਾ ਵਿੱਚ ਰਹਿ ਕੇ ਰਾਜ਼ੀ ਹੋ ਕਰਕੇ ਰਹਿਣਾ। ਕਦੇ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਰ ਤੇ ਸ਼ਿਕਵਾ ਨਾ ਕਰਨਾ। ਔਰ ਹਜੂਰ ਕਹਿੰਦੇ ਨੇ ਭਾਉ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਰੱਖਣਾ। ਤੋਸਾ ਹਰ ਨਾਮ ਸੇ, ਇਹ ਜਾਣ ਕੇ ਜ਼ਿੰਦਗੀ ਦੇ ਅੰਦਰ ਅਸਲ ਪਰਮੇਸ਼ਰ ਦੇ ਨਾਮ ਦਾ ਤੋਸਾ ਹੈ। ਜਿਵੇਂ ਆਪ ਜੀ ਸਾਧ ਸੰਗਤ ਜੀ ਬਜ਼ੁਰਗਾਂ ਨੂੰ ਪਤਾ ਹੋਵੇਗਾ, ਤੋਸਾ ਤਿਆਰ ਕੀਤਾ ਜਾਂਦਾ ਲੰਬੇ ਸਫ਼ਰ ਤੇ ਕਿਤੇ ਜਾਣਾ, ਉਹ ਪੂਰਾ ਮਿਹਨਤ ਕਰਕੇ ਉਹਨਾਂ ਮੈਦਾ ਪਾ ਲੈਣਾ, ਉਹਨਾਂ ਘਿਓ ਤੇ ਸਾਧ ਸੰਗਤ ਜੀ ਉਹਨਾਂ ਕੋ ਮਿੱਠਾ ਵਿੱਚ ਖੰਡ ਪਾ ਲੈਣੀ। ਉਹ ਤਿਆਰ ਕਰ ਲੈਣਾ ਤੇ ਛੇਤੀ ਸੁੱਕਦਾ ਨਹੀਂ ਹੈ। ਉਹ ਲੰਬੇ ਸਫ਼ਰ ਤੇ ਜਾਣਾ ਹੋਵੇ ਤੇ ਛਕਣ ਦੇ ਵਾਸਤੇ ਕੰਮ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਘਰ ਪਹੁੰਚਣਾ ਬਹੁਤ ਲੰਬੇਰਾ ਸਫ਼ਰ ਹੈ। ਇਹਦੇ ਵਾਸਤੇ ਜੀਵ ਤੂੰ ਤੋਸਾ ਧਾਰਨ ਕਰ। ਤੇਰੇ ਕੋਲ ਤੋਸਾ ਹੋਊਗਾ ਨਾ ਪਰਮੇਸ਼ਰ ਦੇ ਨਾਮ ਦਾ, ਮਹਾਰਾਜ ਕਹਿੰਦੇ ਤਾਂ ਹੀ ਉਸ ਪਰਮਾਤਮਾ ਦੇ ਘਰ ਪਹੁੰਚ ਸਕੇਗਾ।
ਜਿਵੇਂ ਭੁੱਖਾ ਮਨੁੱਖ ਕਿਤੇ ਤੁਰ ਨਹੀਂ ਨਾ ਸਕਦਾ, ਸਫ਼ਰ ਵੀ ਤੈਅ ਨਹੀਂ ਕਰ ਸਕਦਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਤੋਸਾ ਤੇਰੇ ਕੋਲ ਹੋਵੇਗਾ ਨਾ, ਫਿਰ ਸੁਖੈਨ ਇਹ ਜੀਵਨ ਯਾਤਰਾ ਤੂੰ ਪ੍ਰਮਾਤਮਾ ਦੇ ਘਰ ਪਹੁੰਚ ਸਕਦਾ, ਤੇਰੀ ਜੀਵਨ ਯਾਤਰਾ ਪੂਰੀ ਹੋ ਸਕਦੀ ਹੈ। ਇਹਦੇ ਵਿੱਚ ਸਾਧ ਸੰਗਤ ਜੀ ਹਜੂਰ ਨੇ ਜਿਵੇਂ ਉਚਾਰਨ ਕੀਤਾ ਹੈ ਨਾ, ਸਤ ਸੰਤੋਖ ਭਾਓ ਤੋਸਾ ਹਰ ਨਾਮ ਸੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਜੀਵਨ ਦੇ ਅੰਦਰ ਹੇ ਜੀਵਾ ਭਗਤੀ ਰੂਪ ਖੰਡ ਪਾਵਨੀ ਕਰ, ਪ੍ਰੇਮ ਰੂਪੀ ਘਿਓ ਪਾਉਣਾ ਕਰ, ਔਰ ਇਸੇ ਪ੍ਰਕਾਰ ਗਿਆਨ ਰੂਪੀ ਮੈਦਾ ਪਾ ਲੈ। ਤੇ ਮਹਾਰਾਜ ਕਹਿੰਦੇ ਐਸਾ ਸ਼ੁਭ ਗੁਣਾਂ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਤੋਸਾ ਤਿਆਰ ਕਰ ਲੈ। ਫਿਰ ਮਹਾਰਾਜ ਕਹਿੰਦੇ ਕਦੇ ਵੀ ਸੰਸਾਰ ਦੇ ਪਦਾਰਥਾਂ ਦੀ ਭੁੱਖ ਨਹੀਂ ਤੈਨੂੰ ਸਤਾਵਣਾ ਕਰੇਗੀ, ਫਿਰ ਕਦੇ ਵੀ ਦੁਨੀਆ ਦੀ ਭੁੱਖ ਕਿਸੇ ਪ੍ਰਕਾਰ ਨਹੀਂ ਲੱਗੇਗੀ। ਮਨ ਹੋ ਛੋੜ ਵਿਕਾਰ, ਆਪਣੇ ਮਨ ਦੇ ਵਿੱਚੋਂ ਵਿਕਾਰਾਂ ਨੂੰ ਛੱਡ ਦੇਣਾ ਕਰ, ਕਿਉਂਕਿ ਤਨ ਕਰਕੇ ਭਾਵੇਂ ਅਸੀਂ ਬੜਾ ਸੰਸਾਰ ਦੇ ਅੰਦਰ ਸੱਚੇ ਸੰਸਾਰ ਦੇ ਲੋਕਾਂ ਦੇ ਸਾਹਮਣੇ ਬਣਦਾ ਸੀ ਬੜਾ ਯਤਨ ਕਰਦੇ ਹਾਂ, ਪਰ ਅੰਦਰ ਛਲ ਕਪਟ ਧਾਰਨ ਕੀਤੇ ਹੋਏ ਹੈ। ਮਹਾਰਾਜ ਕਹਿੰਦੇ ਮਨ ਵਿਕਾਰਾਂ ਦੇ ਨਾਲ ਗਰਸਿਆ ਹੋਇਆ ਹੈ, ਇਸ ਲਈ ਹਜੂਰ ਕਹਿੰਦੇ ਹਨ ਹੇ ਜੀਵ ਮਨੋਂ ਛੋੜ ਵਿਕਾਰ। ਤਨ ਕਰਕੇ ਤਾਂ ਭਾਵੇਂ ਹਰ ਕੋਈ ਕਹੀ ਜਾਂਦਾ ਜੀ ਨਹੀਂ ਮੈਂ ਨਿਰਵਿਕਾਰੀ ਹਾਂ, ਮੇਰੇ ਅੰਦਰ ਕਿਸੇ ਪ੍ਰਕਾਰ ਦਾ ਔਗਣ ਨਹੀਂ ਹੈ, ਮੇਰਾ ਮਨ ਵੀ ਬੜਾ ਸਾਫ਼ ਹੈ, ਪਰ ਮਹਾਰਾਜ ਸਤਿਗੁਰੂ ਜੀ ਜਾਣਦੇ ਹਨ ਕਿਸ ਦਾ ਮਨ ਸਾਫ਼ ਹੈ, ਕਿੰਨਾ ਕੁ ਸਾਫ਼ ਹੈ, ਕਿਸ ਅੰਦਰ ਗੁਣ ਹਨ, ਕਿਸ ਅੰਦਰ ਔਗਣ ਹਨ। ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਮਨੋਂ ਛੋੜ ਵਿਕਾਰ। ਹੇ ਜੀਵ ਆਪਣੇ ਮਨ ਅੰਦਰ ਜਿਹੜੀ ਤੂੰ ਔਗਣ ਵਿਕਾਰ ਧਾਰਨ ਕੀਤੀ ਉਹਨਾਂ ਨੂੰ ਛੱਡ ਦੇਣਾ ਕਰ, ਉਹਨਾਂ ਨੂੰ ਤਿਆਗ ਦੇਣਾ ਕਰ। ਸੱਚਾ ਸੱਚ ਦੇ, ਫਿਰ ਸੱਚਾ ਅਕਾਲ ਪੁਰਖ ਪ੍ਰਮਾਤਮਾ ਤੇਰੇ ਅੰਦਰ ਸੱਚ ਸਰੂਪ ਆਪ ਹੀ ਬਖਸ਼ਿਸ਼ ਕਰ ਦੇਵੇਗਾ। ਸੱਚਾ ਪ੍ਰਮਾਤਮਾ ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਆਪ ਹੀ ਦੇ ਦੇਵੇਗਾ, ਜੇ ਆਪਣੇ ਮਨ ਵਿੱਚੋਂ ਤੂੰ ਵਿਕਾਰਾਂ ਨੂੰ ਛੱਡ ਦੇਵੇਂਗਾ। ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਕਾਰਾਂ ਦੀ ਪ੍ਰਬਲਤਾ ਨੂੰ ਇਹਦੇ ਤੋਂ ਦੂਰ ਨਹੀਂ ਹੋਇਆ ਜਾ ਸਕਦਾ, ਇਹਨਾਂ ਤੋਂ ਆਜ਼ਾਦੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਗਰੀਬ ਨਵਾਜ ਗੁਰੂ ਕਿਰਪਾ ਜੇ ਨਾ ਜੀਵਨ ਦੇ ਵਿੱਚ ਪ੍ਰਾਪਤ ਹੋਵੇ ਤਾਂ ਹੀ ਗੁਰਸਿੱਖ ਬੇਨਤੀਆਂ ਕਰਦੇ ਨੇ ਹੇ ਮਹਾਰਾਜ ਸੱਚੇ ਪਾਤਸ਼ਾਹ, ਹੇ ਗਰੀਬ ਨਵਾਜ ਦਾਤਾ ਸਤਿਗੁਰੂ ਜੀ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ, ਇਹ ਭੀਤਰ ਤੇ ਇਨ ਕੋ ਡਾਰਹੁ ਆਪਨ ਨਿਕਟ ਬੁਲਾਵਹੁ, ਆਪਣੀ ਵਿਦ ਆਪ ਜਨਾਵਹੁ, ਹਰ ਜਨ ਮੰਗਲ ਗਾਵਹੁ। ਨਿਤ ਬੇਨਤੀਆਂ ਕਰਦੇ ਨੇ ਗੁਰਸਿੱਖ ਪਿਆਰੇ। ਮਹਾਰਾਜ ਜਿਹੜੇ ਪ੍ਰਬਲ ਵਿਕਾਰ ਆਪ ਜੀ ਦੇ ਲਗਾਏ ਹੋਏ ਹੈ, ਇਹਨਾਂ ਨੂੰ ਆਪਣੇ ਪਾਸ ਰੱਖ ਕੇ ਤੇ ਨੇ ਇਹਨਾਂ ਦੇ ਬਦਲੇ ਮਹਾਰਾਜ ਸਾਨੂੰ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ ਇਹ ਸ਼ੁਭ ਗੁਣਾਂ ਦੀ ਦਾਤ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦੇਵ। ਇਹ ਨਿਤ ਗੁਰਸਿੱਖਾਂ ਦੀ ਗੁਰੂ ਚਰਨਾਂ ਵਿੱਚ ਅਰਦਾਸ ਜੋਦੜੀ ਹੁੰਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨੋਂ ਛੋੜ ਵਿਕਾਰ ਸੱਚਾ ਸੱਚ ਦੇ। ਸੱਚਾ ਪਰਮਾਤਮਾ ਆਪ ਹੀ ਤੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਦੇ ਦੇਣਾ ਕਰੇਗਾ, ਜੇ ਆਪਣੇ ਮਨ ਵਿੱਚੋਂ ਤੂੰ ਵਿਕਾਰ ਛੱਡ ਦੇਵੇ, ਔਗੁਣਾਂ ਨੂੰ ਛੱਡ ਦੇਣਾ ਕਰੇ। ਸੱਚੇ ਸੱਚਾ ਨੇਹੋ, ਸੱਚੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਿਨ੍ਹਾਂ ਦਾ ਸੱਚਾ ਨੇਹ ਪਿਆਰ ਲੱਗਾ ਹੈ, ਜਿਨ੍ਹਾਂ ਨੇ ਹਿਰਦਿਓਂ ਪ੍ਰਮਾਤਮਾ ਦੇ ਚਰਨਾਂ ਵਿੱਚ ਸੱਚਾ ਪਿਆਰ ਲਾਇਆ ਹੈ, ਸੱਚਾ ਲਾਇਆ। ਹਜੂਰ ਕਹਿੰਦੇ ਜਾਣੋ ਉਹਨਾਂ ਨੇ ਆਪਣੇ ਬਲ ਦੇ ਨਾਲ ਨਹੀਂ, ਸੱਚੇ ਪ੍ਰਮਾਤਮਾ ਨੇ ਲਗਾਇਆ ਹੈ। ਇਹ ਵੀ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ। ਗੁਰੂ ਚਰਨਾਂ ਦੇ ਨਾਲ ਪਿਆਰ ਲੱਗ ਜਾਣਾ, ਪਰਮੇਸ਼ਰ ਦਾ ਨਾਮ ਮਨ ਨੂੰ ਚੰਗਾ ਲੱਗਣਾ, ਸਤ ਸੰਗਤ ਕਰਨੀ ਮਨ ਨੂੰ ਚੰਗੀ ਲੱਗਣੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਮਨ ਨੂੰ ਮਿੱਠਾ ਲੱਗਣਾ, ਮਿਠਾਸ ਭਰਿਆ ਲੱਗਣਾ, ਇਹ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਬਖਸ਼ੀ ਹੋਈ ਅਮੋਲਕ ਦਾਤ ਹੈ। ਨਹੀਂ ਤਾਂ ਦੁਨਿਆਵੀ ਧਨ ਪਦਾਰਥ ਦਾ ਮਿੱਠੇ ਲੱਗਦੇ ਹੈ, ਪਰ ਪਰਮੇਸ਼ਰ ਦਾ ਨਾਮ ਸਾਖਤ ਪੁਰਸ਼ਾਂ ਨੂੰ ਕੌੜਾ ਲੱਗਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਪਰਮੇਸ਼ਰ ਦਾ ਲਗਾਇਆ ਹੋਇਆ ਪਿਆਰ ਹੈ, ਸੱਚੇ ਸੱਚਾ ਨੇਹ। ਕਿਉਂਕਿ ਇੱਕ ਮਨੁੱਖ ਵਿਖਾਵਾ ਕਰਦਾ, ਇੱਕ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਜਿਸ ਹਿਰਦੇ ਅੰਦਰ ਵਾਹਿਗੁਰੂ ਸੱਚਾ ਪਿਆਰ ਲਗਾ ਦਿੰਦਾ ਹੈ, ਉਹ ਫਿਰ ਹਿਰਦਿਓ ਹੋ ਕੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਜਿਵੇਂ ਮਹਾਰਾਜ ਜੀ ਦੇ ਬਚਨ ਹਨ ਗੁਰਬਾਣੀ ਅੰਦਰ, ਦਿਲ ਹੋ ਮੁਹੱਬਤ ਜਿਨ ਸੇਈ ਸੱਚਿਆ।
ਜਿਨ੍ਹਾਂ ਦਾ ਦਿਲੋਂ ਪਿਆਰ ਹੈ ਪ੍ਰਮਾਤਮਾ ਦੇ ਚਰਨਾਂ ਵਿੱਚ, ਉਹ ਹੀ ਪ੍ਰਮਾਤਮਾ ਦੀ ਨਜ਼ਰਾਂ ਵਿੱਚ ਸੱਚੇ ਹਨ। ਅਗਲਾ ਬਚਨ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚੇ ਆ। ਉਹਨਾਂ ਨੂੰ ਪੱਕੇ ਨਹੀਂ ਕੱਚੇ ਕਿਹਾ ਹੈ, ਉਹਨਾਂ ਨੂੰ ਸੱਚੇ ਨਹੀਂ ਝੂਠੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਛਲ ਹੈ, ਬਾਹਰੋਂ ਭਾਵੇਂ ਵਿਖਾਵਾ ਕਰਕੇ ਕਹਿੰਦੇ ਕਿ ਸਾਡੀ ਬੜੀ ਸੁਰਤ ਜੁੜਦੀ ਪਰਮਾਤਮਾ ਦੇ ਚਰਨਾਂ ਵਿੱਚ, ਪਰ ਮਹਾਰਾਜ ਹਜੂਰ ਕਹਿੰਦੇ ਸੱਚਾ ਪਿਆਰ ਪਰਮਾਤਮਾ ਕਿਰਪਾ ਕਰਕੇ ਲਗਾਏ ਤਾਂ ਲੱਗਦਾ ਹੈ। ਆਪੇ ਕਰੇ ਨਿਆਓ। ਪਰਮੇਸ਼ਰ ਆਪ ਹੀ ਜੀਵਾਂ ਦਾ ਨਿਆਂ ਕਰਨ ਵਾਲਾ ਹੈ। ਜੋ ਗੁਰਸਿੱਖ ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ, ਕਿਉਂਕਿ ਪ੍ਰਮਾਤਮਾ ਦੇ ਕੋਲ ਐਸੀ ਵਿਚਾਰ ਰੂਪ ਤੱਕੜੀ ਹੈ, ਕਦੇ ਵੀ ਕਿਸੇ ਨਾਲ ਕੋਈ ਵਿਤਕਰਾ, ਕਿਸੇ ਨਾਲ ਘਾਟਵਾਦ ਨਹੀਂ ਹੁੰਦਾ, ਕਦੇ ਵੀ ਕਿਸੇ ਨਾਲ ਕੋਈ ਘਾਟਵਾਦ ਨਹੀਂ ਪ੍ਰਮਾਤਮਾ ਕਰਦਾ। ਸੰਸਾਰ ਦੇ ਲੋਕ ਤਾਂ ਭਾਵੇਂ ਕਰ ਦਿੰਦੇ ਹੈ, ਲਾਲਚ ਅਧੀਨ ਹੋ ਕਰਕੇ, ਪੈਸਾ ਲੈ ਕਰਕੇ, ਉਹ ਤਾਂ ਆਪਣੇ ਧਰਮ ਤੋਂ ਵੀ ਮੁਨਕਰ ਹੋ ਜਾਂਦੇ ਹਨ, ਮਰਜ਼ਾਦਾ ਦੀ ਉਲੰਘਣਾ ਕਰ ਦਿੰਦੇ ਹਨ। ਪਰ ਮਹਾਰਾਜ ਕਹਿੰਦੇ ਪਰਮਾਤਮਾ ਨਹੀਂ ਕਿਸੇ ਨਾਲ ਵਾਦ ਘਾਟ ਕਰਦਾ, ਨਾ ਕਿਸੇ ਲਾਲਚ ਦੇ ਅਧੀਨ ਹੁੰਦਾ ਹੈ। ਐਸਾ ਉਹ ਪਰਮੇਸ਼ਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ, ਆਪ ਕਰੇ ਨਿਆਓ। ਪਰਮੇਸ਼ਰ ਆਪ ਹੀ ਸਭ ਜੀਵਾਂ ਦਾ ਨਿਆਂ ਕਰਨ ਵਾਲਾ ਹੈ। ਜੋ ਪਿਆਰ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦੇ, ਕਦੇ ਵੀ ਵਾਹਿਗੁਰੂ ਉਹਨਾਂ ਦੇ ਨਾਲ ਅਨਿਆਂ ਨਹੀਂ ਹੋਣ ਦਿੰਦਾ। ਜੋ ਤਿਸ ਭਾਇਆ। ਹੇ ਪ੍ਰਮਾਤਮਾ ਜੀ, ਜੋ ਆਪ ਜੀ ਨੂੰ ਭਾਗਿਆ, ਉਹਨਾਂ ਦਾ ਨਿਆਂ, ਉਹਨਾਂ ਦਾ ਪੱਖ ਆਪ ਨੇ ਕਿਰਪਾ ਕਰਕੇ ਕੀਤਾ ਹੈ। ਮਹਾਰਾਜ ਆਪ ਉਹਨਾਂ ਨੂੰ ਕਿਰਪਾ ਕਰਕੇ ਤੁਸਾਂ ਨੇ ਨਿਆਂ ਦਿਵਾਇਆ ਹੈ। ਐਸੀ ਗਰੀਬ ਨਵਾਜ ਆਪ ਜੀ ਦੀ ਸੱਚ ਦੀ ਤੱਕੜੀ ਹੈ, ਐਸੀ ਵਿਚਾਰ ਰੂਪ ਤੱਕੜੀ ਹੈ। ਮਹਾਰਾਜ ਗਰੀਬ ਨਵਾਜ ਜਿਨ੍ਹਾਂ ਦੇ ਆਪ ਕਿਰਪਾ ਕਰ ਦਿੰਦੇ ਹੋ ਨਾ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦੇ ਅੰਦਰ ਔਗੁਣਾਂ ਦੀ ਜੜ ਪੁੱਟ ਕਰਕੇ ਸ਼ੁਭ ਗੁਣਾਂ ਨੂੰ ਮਹਾਰਾਜ ਉਤਪੰਨ ਕਰ ਦਿੰਦੇ ਹੋ। ਹਿਰਦੇ ਦਾ ਪਿਆਰ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵਿਕਾਰਾਂ ਨੂੰ, ਪਾਪ ਕਰਮਾਂ ਨੂੰ ਦੂਰ ਕਰਕੇ ਸ਼ੁਭ ਗੁਣਾਂ ਦੀ ਦਾਤ ਆਪ ਦੇ ਕਰਕੇ ਨਿਵਾਜ ਦਿੰਦੇ ਹੋ। ਪਰ ਮਹਾਰਾਜ ਜੋ ਆਪ ਜੀ ਨੂੰ ਭਾਵੰਦਾ ਹੈ, ਜਿਸ ਦੇ ਹਿਰਦੇ ਦਾ ਪਿਆਰ ਤੁਹਾਨੂੰ ਭਾ ਜਾਂਦਾ ਹੈ, ਸੱਚੇ ਸੱਚੀ ਦਾਤ। ਸੱਚੇ ਪ੍ਰਮਾਤਮਾ ਦੀ ਬਖਸ਼ੀ ਹੋਈ ਭਗਤੀ ਦੀ ਦਾਤ ਵੀ ਸਾਧ ਸੰਗਤ ਜੀ ਸੱਚੀ ਹੈ। ਪ੍ਰਮਾਤਮਾ ਸੱਚਾ ਹੈ, ਪ੍ਰਮਾਤਮਾ ਦਾ ਨਾਮ ਸੱਚਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਭਗਤੀ ਦੀ ਦਾਤ ਵੀ ਸਦੀਵੀ ਕਾਲ ਦੇ ਸੱਚੀ ਹੈ। ਜਿਵੇਂ ਜੋ ਕੁਝ ਵੀ ਸੰਸਾਰ ਦੇ ਅੰਦਰ ਨਜ਼ਰ ਆਉਂਦਾ ਹੈ, ਭਾਵੇਂ ਦੈਵੀ ਸ਼ਕਤੀਆਂ ਹਨ, ਮਹਾਰਾਜ ਜੀ ਦਾ ਗੁਰਬਾਣੀ ਵਿੱਚ ਫਰਮਾਨ ਹੈ, ਕਹਿੰਦੇ ਸਦਾ ਵਾਸਤੇ ਰਹਿਣ ਵਾਲਾ ਕੁਝ ਵੀ ਨਹੀਂ ਹੈ। ਇੰਦਰਪੁਰੀ ਮਹਿ ਬ੍ਰਹਮਪੁਰੀ ਨਿਸ਼ਚੰਦ ਨਹੀਂ ਰਹਿਣਾ, ਇੰਦਰਪੁਰੀ ਮਹਿ ਸਰ ਪਰ ਮਰਨਾ। ਕਹਿੰਦੇ ਕਿ ਭਾਵੇਂ ਕੋਈ ਇੰਦਰਪੁਰੀ ਵਿੱਚ ਚਲਾ ਜਾਵੇ, ਬ੍ਰਹਮਪੁਰੀ ਵਿੱਚ ਚਲਾ ਜਾਵੇ, ਚਾਹੇ ਵਿਸ਼ਨਪੁਰੀ ਵਿੱਚ ਕੋਈ ਚਲਾ ਜਾਵੇ, ਕਿਤੇ ਮਰਜ਼ੀ ਚਲਾ ਜਾਵੇ, ਸਦਾ ਵਾਸਤੇ ਕਿਸੇ ਵੀ ਥਾਂ ਤੇ ਟਿਕਣਾ ਨਹੀਂ ਜੀਵ ਦਾ ਹੋ ਸਕੇਗਾ। ਜੇ ਟਿਕਾਓ ਹੈ, ਉਹ ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਹੈ। ਪਰਮਾਤਮਾ ਦੇ ਘਰ ਵਿੱਚ ਸਦਾ ਟਿਕਾਓ ਹੈ, ਜੋ ਦੁਬਾਰਾ ਕਦੇ ਵੀ ਜੀਵ ਨੂੰ ਸੰਸਾਰ ਦੇ ਕਾਲ ਦੀ ਲਪੇਟ ਵਿੱਚ ਨਹੀਂ ਪੈਣਾ ਪੈਂਦਾ, ਜੇ ਪਰਮੇਸ਼ਰ ਨੂੰ ਪਾ ਲੈਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸੱਚੇ ਸੱਚੀ ਦਾਤ। ਹੇ ਮਹਾਰਾਜ ਸੱਚੇ ਪਰਮਾਤਮਾ ਜੀ, ਆਪ ਜੀ ਦੀ ਬਖਸ਼ੀ ਹੋਈ ਭਗਤੀ ਦੀ ਦਾਤ ਵੀ ਸੱਚੀ ਹੈ। ਮਹਾਰਾਜ ਹਿਰਦੇ ਅੰਦਰ ਪ੍ਰੀਤ ਧਾਰਨ ਕਰ ਲੈਣੇ ਵੀ ਆਪ ਜੀ ਦੀ ਬਖਸ਼ੀ ਹੋਈ ਸੱਚੀ ਦਾਤ ਹੈ। ਦੇਹ ਦਇਆਲ ਹੈ। ਹੇ ਦਇਆ ਦੇ ਕਰ ਦਿਆਲੂ ਪ੍ਰਮਾਤਮਾ, ਜਿਨ੍ਹਾਂ ਤੇ ਦਿਆਲੂ ਹੋ ਕਰਕੇ, ਜਿਨ੍ਹਾਂ ਤੇ ਤਰਸ ਕਰਕੇ ਆਪ ਜੀ ਨੇ ਭਗਤੀ ਦੀ ਸੱਚੀ ਦਾਤ ਬਖਸ਼ੀ ਹੈ, ਉਹਨਾਂ ਨੂੰ ਮਹਾਰਾਜ ਇਹ ਪ੍ਰਾਪਤ ਹੋਈ ਹੈ। ਨਹੀਂ ਤੇ ਸਾਧ ਸੰਗਤ ਜੀ, ਸਾਖਤ ਪੁਰਸ਼ਾਂ ਨੂੰ ਕਿੰਨਾ ਵਾਰ, ਕਈ ਵਾਰ ਲੱਖ ਯਤਨ ਕੀਤੇ ਜਾਂਦੇ ਸਮਝਾਉਣ ਦੇ ਵਾਸਤੇ, ਪਰ ਨਹੀਂ ਸਮਝਦੇ। ਉਹ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਤਿਆਰ ਹੁੰਦੇ ਹੀ ਨਹੀਂ ਹੈ। ਨਾਮ ਜਪਣੇ ਨੂੰ ਉਹਨਾਂ ਦਾ ਚਿੱਤ ਕਰਦਾ ਹੀ ਨਹੀਂ ਹੈ, ਕਿਉਂਕਿ ਵਾਹਿਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਹਨ, ਪ੍ਰਮਾਤਮਾ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕੇ। ਇਸ ਲਈ ਹਜੂਰ ਕਹਿੰਦੇ ਪ੍ਰਮਾਤਮਾ ਦੇਹ ਦਇਆਲ ਹੈ। ਹੇ ਦਿਆਲੂ ਪ੍ਰਮਾਤਮਾ, ਜਿਨ੍ਹਾਂ ਤੇ ਆਪ ਨੇ ਕਿਰਪਾ ਕਰਕੇ ਭਗਤੀ ਦੀ ਦਾਤ ਬਖਸ਼ੀ ਹੈ, ਉਹਨਾਂ ਨੂੰ ਮਹਾਰਾਜ ਜੀਵਨ ਵਿੱਚ ਦਾਤ ਪ੍ਰਾਪਤ ਹੋਈ ਹੈ। ਤਿਸ ਸੇਵੀ ਦਿਨ ਰਾਤ। ਉਸ ਪਿਆਰੇ ਪ੍ਰਮਾਤਮਾ ਨੂੰ ਰਾਤ ਵੀ ਦਿਨੇ ਵੀ ਸੇਵਿਆ ਕਰ।
ਪਰਮਾਤਮਾ ਦੀ ਭਗਤੀ ਰੂਪ ਸੇਵਾ ਕਰਿਆ ਕਰ। ਨਾਮ ਅਮੋਲ ਹੈ। ਮਹਾਰਾਜ ਕਿਵੇਂ ਪਰਮਾਤਮਾ ਦੀ ਸੇਵਾ ਕਰੀਦੀ ਹੈ? ਸਤਿਗੁਰੂ ਜੀ ਕਹਿੰਦੇ ਨਾਮ ਜਪ ਕੇ, ਕਿਉਂਕਿ ਵਾਹਿਗੁਰੂ ਦਾ ਨਾਮ ਅਮੋਲ ਹੈ, ਬੜਾ ਅਮੋਲਕ ਹੈ। ਕਿਸੇ ਮੁੱਲ ਦੇ, ਕਿਸੇ ਵੱਟੇ ਸੱਟੇ ਨਹੀਂ ਸੰਸਾਰ ਦੇ ਧਨ ਪਦਾਰਥਾਂ ਦੇ ਮਿਲਦਾ ਹੈ। ਇਹ ਅਮੋਲਕ ਦਾਤ ਹੈ। ਪਰਮਾਤਮਾ ਤਰੁੱਟ ਕਰਕੇ ਵਾਹਿਗੁਰੂ ਨਾਮ ਦੀ ਦਾਤ, ਸਿਮਰਨ ਦੀ ਦਾਤ ਜੀਵ ਦੀ ਝੋਲੀ ਵਿੱਚ ਪਾਉਂਦਾ ਹੈ। ਆਪਣੇ ਬਲ ਦੇ ਨਾਲ ਕਦੇ ਇਸ ਦਾਤ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਮੁੱਖ ਵਾਕ ਪੜ੍ਹਦੇ ਹਾਂ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਮਹਾਰਾਜ ਕਹਿੰਦੇ ਵਾਹਿਗੁਰੂ ਆਪ ਕਿਰਪਾ ਕਰਕੇ ਨਾਮ ਜਪਾਓ ਤਾਂ ਜਪ ਸਕਦੇ ਹਾਂ। ਆਪ ਮਹਾਰਾਜ ਤਰਸ ਕਰਕੇ, ਬਲ ਬਖਸ਼ਿਸ਼ ਕਰਕੇ ਗੁਣ ਗਾਵਾਓ ਤਾਂ ਹੀ ਗਾ ਸਕਦੇ ਹਾਂ। ਨਹੀਂ ਤਾਂ ਆਖਣ ਜੋਰ ਚੁੱਪੈ ਨਹਿ ਜੋਰ। ਨਾ ਚੁੱਪ ਰਹਿਣ ਦੇ ਵਿੱਚ ਬਲ ਹੈ, ਨਾ ਕੁਝ ਕਹਿਣੇ ਵਿੱਚ ਮਹਾਰਾਜ ਸਾਡਾ ਕੋਈ ਜ਼ੋਰ ਹੈ, ਕੋਈ ਬਲ ਹੈ। ਸਾਡੀ ਕੀ ਸਮਰੱਥਾ ਹੈ? ਆਪ ਜਿਵੇਂ ਕਿਰਪਾ ਕਰਕੇ ਮਹਾਰਾਜ ਬੁਲਾਉਂਦੇ ਤਿਵੇਂ ਬੋਲਦੇ ਹਾਂ। ਜਿਉਂ ਬੋਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਣ ਹਮਾਰੀ। ਮਹਾਰਾਜ ਸਾਡੀ ਕੀ ਸ਼ਕਤੀ ਹੈ? ਆਪ ਕਿਰਪਾ ਕਰਕੇ ਜਿਵੇਂ ਨਾਮ ਜਪਾਵਣਾ ਕਰਦੇ ਤਿਵੇਂ ਅਸੀਂ ਜਪਦੇ ਹਾਂ। ਇਸ ਲਈ ਗੁਰਸਿੱਖ ਤਿਸ ਸੇਵੀ ਦਿਨ ਰਾਤ, ਨਾਮ ਅਮੋਲ ਹੈ। ਵਾਹਿਗੁਰੂ ਦਾ ਨਾਮ ਬੜਾ ਅਮੋਲਕ ਹੈ। ਐਵੇਂ ਨਾ ਕਿਤੇ ਅਣਜਾਣ ਬਣੇ ਰਹੀ, ਅਣਜਾਣ ਪੁਣੇ ਵਿੱਚ ਲੱਗ ਕਰਕੇ ਪਰਮੇਸ਼ਰ ਦਾ ਨਾਮ ਭੁਲਾ ਸਕੀ। ਸਭ ਤੋਂ ਅਮੋਲਕ ਦਾਤ ਪਰਮੇਸ਼ਰ ਦੇ ਨਾਮ ਦੀ ਹੈ, ਜਿਹਦੇ ਸਮਸਤ ਕੋਈ ਦਾਤ ਪੁੱਜ ਹੀ ਨਹੀਂ ਸਕਦੀ। ਮਹਾਰਾਜ ਜੀ ਨੇ ਤਾਂ ਇੱਥੋਂ ਤੱਕ ਗੁਰਬਾਣੀ ਵਿੱਚ ਬਚਨ ਉਚਾਰਨ ਕਰ ਦਿੱਤੇ ਨੇ, ਵੱਡਾ ਸਾਹਿਬ ਉੱਚਾ ਥਾਓ, ਕਿ ਮਾਲਕ ਸਭ ਤੋਂ ਵੱਡਾ ਹੀ ਹੈ, ਉਹਦਾ ਥਾਂ ਉਹਦੇ ਨਾਲ ਉੱਚੀ ਹੈ। ਤੇ ਫਿਰ ਅਗਲਾ ਬਚਨ ਹੈ ਉੱਚੇ ਉੱਪਰ ਉੱਚਾ ਨਾਓ, ਕਿ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਲੋਂ, ਨਾਮ ਦੇ ਨਾਲੋਂ, ਨਾਮੀ ਪਰਮਾਤਮਾ ਦੇ ਨਾਲੋਂ ਨਾਮ ਹੀ ਵੱਡਾ ਹੈ। ਨਾਮੀ ਤੱਕ ਤਾਂ ਹੀ ਪਹੁੰਚਿਆ ਜਾਵੇਗਾ ਨਾ ਜੇ ਨਾਮ ਚੇਤੇ ਹੋਵੇਗਾ। ਕਿਸੇ ਬਾਦਸ਼ਾਹ ਨੂੰ ਮਿਲਣਾ ਹੋਵੇ, ਉਹਦਾ ਨਾਮ ਯਾਦ ਹੋਣਾ ਜ਼ਰੂਰੀ ਹੈ। ਜੇ ਨਾਮ ਹੀ ਚੇਤੇ ਨਾ ਹੋਵੇਗਾ ਤੇ ਸਾਧ ਸੰਗਤ ਜੀ ਕਿਸੇ ਤੋਂ ਕੀ ਪੁੱਛੇਗਾ ਮੈਂ ਕਿੱਥੇ ਜਾਣਾ? ਜੇ ਨਾਮ ਹੀ ਨਹੀਂ ਪਤਾ ਹੋਵੇਗਾ ਤੇ ਕੀ ਕਿਸੇ ਤੋਂ ਪੁੱਛੇਗਾ? ਜੇ ਨਾਮ ਚੇਤੇ ਹੈ ਫਿਰ ਥੋੜਾ ਸਮਾਂ ਭਾਵੇਂ ਵੱਧ ਲੱਗ ਜਾਵੇ, ਰਸਤਾ ਭੁੱਲ ਜਾਵੇ, ਖੁੰਝ ਜਾਵੇ, ਪੁੱਛ ਪਛਾ ਕੇ ਉੱਤੇ ਪਹੁੰਚ ਹੀ ਜਾਵੇਗਾ। ਤੇ ਜੇ ਨਾਮ ਹੀ ਚੇਤਾ ਨਹੀਂ, ਫਿਰ ਸਾਧ ਸੰਗਤ ਜੀ ਕਿਸੇ ਨੂੰ ਪੁੱਛ ਵੀ ਭਲਾ ਕੀ ਸਕਦਾ ਹੈ? ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ, ਤਿਸ ਦੇਵੀ ਦਿਨ ਰਾਤ ਨਾਮ ਅਮੋਲ ਹੈ। ਹੇ ਜੀਵ, ਵਾਹਿਗੁਰੂ ਦਾ ਨਾਮ ਬੜਾ ਅਮੋਲਕ ਹੈ। ਪਰਮੇਸ਼ਰ ਦਾ ਨਾਮ ਜਪਿਆ ਕਰ। ਇਹੋ ਹੀ ਪਰਮੇਸ਼ਰ ਦੀ ਸੇਵਾ ਹੈ, ਇਹੋ ਹੀ ਅਸਲ ਪਰਮਾਤਮਾ ਦੇ ਚਰਨਾਂ ਦੀ ਸੇਵਾ ਹੈ। ਤੂੰ ਉਤਮ ਹਉ ਨੀਚ। ਸਤਿਗੁਰੂ ਜੀ ਨਿਮਰਤਾਵਾਨ ਹੋ ਕਰਕੇ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ। ਜੇ ਗੁਰਸਿੱਖ ਨਾਮ ਦੀ ਦਾਤ ਨਹੀਂ ਨਾ ਜਪਣ ਦੀ ਪ੍ਰਾਪਤ ਹੋ ਰਹੀ ਤੇ ਤੇਰੀਆਂ ਘਾਟਾਂ ਨੇ। ਹੋ ਸਕਦਾ ਹੰਕਾਰ ਬਣ ਕਰਕੇ ਤੂੰ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੋਵੇ, ਮਾਣ ਕਰਦਾ ਹੋਵੇ, ਗਰਬ ਕਰਦਾ ਹੋਵੇ, ਤੇ ਫਿਰ ਮਹਾਰਾਜ ਕਹਿੰਦੇ ਨਿਮਰਤਾਵਾਨ ਹੋ ਕੇ। ਮਹਾਰਾਜ ਕਿਵੇਂ ਨਿਮਰਤਾਵਾਨ ਹੋਈਏ? ਹਰ ਸਮੇਂ ਹੰਕਾਰ ਹੈਂਕੜਬਾਜੀ ਵਿੱਚ ਹੀ ਲੱਗੇ ਰਹਿੰਦੇ ਹਾਂ। ਹੇ ਮਹਾਰਾਜ, ਅਰਦਾਸ ਤਾਂ ਅਸੀਂ ਕਰਦੇ ਪਰ ਪੂਰੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਇਉਂ ਅਰਦਾਸ ਕਰਿਆ ਕਰ ਗੁਰਸਿੱਖ, ਤੂੰ ਉੱਤਮ ਹਉ ਨੀਚ। ਮਹਾਰਾਜ ਆਪ ਜੀ ਸਭ ਤੋਂ ਉੱਤਮ ਹੋ, ਅਸੀਂ ਨੀਚ ਹਾਂ, ਨੀਵੀਂ ਜਾਤ ਵਾਲੇ ਹਾਂ। ਮਹਾਰਾਜ ਜੀਵਨ ਕਰਕੇ ਵੀ ਅਸੀਂ ਬੜੇ ਨੀਚ ਹਾਂ, ਅਸੀਂ ਗਿਰੇ ਹੋਏ ਜੀਵਨ ਵਾਲੇ ਹਾਂ, ਕਿਉਂਕਿ ਸਾਡੇ ਕੋਲ ਕੋਈ ਸ਼ੁਭ ਗੁਣ ਨਹੀਂ ਹੈ, ਨਾ ਹੀ ਸਾਡੇ ਕੋਲ ਮਹਾਰਾਜ ਨਾਮ ਦਾ ਖਜ਼ਾਨਾ ਹੈ। ਹਰ ਪੱਖ ਤੋਂ ਮਹਾਰਾਜ ਅਸੀਂ ਗਿਰੇ ਹੋਏ ਹਾਂ, ਨੀਚ ਹਾਂ। ਆਪ ਜੀ ਹਰ ਪੱਖ ਤੋਂ ਮਹਾਰਾਜ ਉੱਤਮ ਹੋ, ਸਭ ਤੋਂ ਉੱਚੇ ਹੋ। ਗਰੀਬ ਨਵਾਜ ਸਤਿਗੁਰੂ ਜੀ ਅੰਦਰ ਅਖਵਾਇਆ ਹੈ ਕਿ ਅਸੀਂ ਗੁਰੂ ਘਰ ਦੇ ਸੇਵਕ ਹਾਂ, ਗੁਰੂ ਚਰਨਾਂ ਦੀ ਸੇਵਾ ਕਰਦੇ ਹਾਂ, ਸਤ ਸੰਗਤ ਦੀ ਸੇਵਾ ਕਰਦੇ ਹਾਂ।
ਮਹਾਰਾਜ ਦੀ ਸਾਨੂੰ ਸੇਵਕ ਅਖਵਾਉਣ ਦਾ ਮਾਣ ਸੰਸਾਰ ਦੇ ਅੰਦਰ ਬਖਸ਼ਿਆ, ਤੇ ਕਿਰਪਾ ਕਰਕੇ ਸਾਨੂੰ ਸੇਵਾ ਕਰਨ ਦੀ ਜਾਚ ਵੀ ਬਖਸ਼ਿਸ਼ ਕਰ ਦੇਵੋ। ਇਹ ਦਾਤ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਰਕੇ ਮੰਗੀ ਸੀ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ। ਜਿਸ ਸਮੇਂ ਸਾਧ ਸੰਗਤ ਜੀ ਗਰੀਬ ਨਵਾਜ ਸਤਿਗੁਰਾਂ ਨੇ ਪਰਖ ਕੀਤੀ ਸੀ ਨਾ ਥੜਾ ਬਣਾਉਣ ਦੀ, 7 ਵਾਰ ਥੜਾ ਬਣਵਾਇਆ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਪਰਖ ਕਰਦਿਆਂ ਹੋਇਆਂ। ਐਸੀ ਡਾਢੀ ਕਸਵੱਟੀ ਲਗਾਈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਥੜਾ ਤਿਆਰ ਕਰਵਾਉਂਦੇ, ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਰਦੇ, ਤੇ ਸ਼ਾਮ ਦੇ ਸਮੇਂ ਜਦੋਂ ਆਉਂਦੇ ਨਾ ਸਤਿਗੁਰੂ ਜੀ, ਤੇ ਇਉਂ ਬਚਨ ਕਰ ਦਿੰਦੇ ਕਿ ਨਹੀਂ, ਇਹ ਸਾਡੇ ਬੈਠਣ ਯੋਗ ਨਹੀਂ ਹੈ, ਸਾਡੇ ਮਨ ਪਸੰਦ ਨਹੀਂ ਹੈ, ਸਾਡੇ ਮਨ ਨੂੰ ਚੰਗਾ ਨਹੀਂ ਲੱਗਾ। ਤੇ 7 ਬਚਨ ਕਹਿ ਕੇ ਫਿਰ ਥੜਾ ਢਾ ਦੇਣਾ। ਸਵੇਰ ਤੋਂ ਫਿਰ ਸ਼ੁਰੂ ਹੋ ਜਾਣਾ ਥੜਾ ਤਿਆਰ ਕਰਨ ਦੇ ਲਈ। ਨਾਲ ਨਾਲ ਸਤਿਗੁਰੂ ਜੀ ਨੂੰ ਯਾਦ ਕਰੀ ਜਾਣਾ, ਮਹਾਰਾਜ ਕਿਰਪਾ ਕਰਕੇ ਸੋਝੀ ਬਖਸ਼ੋ। ਜਦੋਂ ਸਾਧ ਸੰਗਤ ਜੀ 7ਵੀਂ ਵਾਰ ਥੜਾ ਬਣਾਇਆ ਤੇ ਫਿਰ ਕਹਿ ਦਿੱਤਾ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿ ਥੜਾ ਇਹ ਵੀ ਸਹੀ ਤਰ੍ਹਾਂ ਨਹੀਂ ਬਣਿਆ। ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ, ਹੱਥ ਜੋੜ ਕਰਕੇ ਬੇਨਤੀ ਕੀਤੀ, ਗਰੀਬ ਨਵਾਜ ਸਤਿਗੁਰੂ ਜੀ, ਮੈਂ ਆਪ ਜੀ ਦੇ ਯੋਗ ਥੜਾ ਬਣਾ ਵੀ ਭਲਾ ਕਿਵੇਂ ਸਕਦਾ ਹਾਂ। ਮਹਾਰਾਜ ਮੇਰੀ ਮੱਤ 'ਚ ਥੋੜ੍ਹੀ ਹੈ, ਤੁਸ਼ ਬੁੱਧੀ ਹੋਣੇ ਕਰਕੇ ਮਹਾਰਾਜ ਜਿਵੇਂ ਆਪ ਜੀ ਸਮਝਾਉਂਦੇ ਹੋ ਦੱਸ ਦਿਓ, ਮੇਰੇ ਤੋਂ ਉਸੇ ਤਰ੍ਹਾਂ ਪੂਰੀ ਤਰ੍ਹਾਂ ਥੜਾ ਤਿਆਰ ਨਹੀਂ ਹੁੰਦਾ। ਇਹ ਸਤਿਗੁਰੂ ਜੀ, ਜੇ ਆਪ ਜੀ ਨੇ ਸੇਵਾ ਦਾ ਮੌਕਾ ਬਖਸ਼ਿਆ ਤੇ ਸੇਵਾ ਕਰਨ ਦੀ ਜਾਚ ਵੀ ਕਿਰਪਾ ਕਰਕੇ ਬਖਸ਼ੋ। ਸਤਿਗੁਰੂ ਜੀ ਨੇ ਕੁੱਟ ਕੇ ਛਾਤੀ ਦੇ ਨਾਲ ਲਗਾਇਆ, ਮਹਾਨ ਵਰਦਾਨ ਬਖਸ਼ਿਸ਼ ਕੀਤੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ। ਇਸ ਲਈ ਸਤਿਗੁਰੂ ਜੀ ਅਰਦਾਸ ਕਰਨ ਦੀ ਜਾਚ ਦੱਸਦੇ ਹਨ। ਹੇ ਗੁਰਸਿੱਖ, ਮਹਾਰਾਜ ਜੀ ਦੇ ਸਨਮੁਖ ਹੋ ਕਰਕੇ ਬੜੇ ਨਿਮਰਤਾਵਾਨ ਹੋ ਕੇ ਪਿਆਰ ਵਿੱਚ ਭੇਜ ਕਰਕੇ ਅਰਦਾਸ ਕਰਿਆ ਕਰ, ਹੇ ਗਰੀਬ ਨਵਾਜ ਤੂੰ ਉੱਤਮ ਹਉ ਨੀਚ ਸੇਵਕ ਕਾਂਢੀਆ। ਮਹਾਰਾਜ ਆਪ ਜੀ ਉੱਤਮ ਹੋ, ਉੱਚਿਆਂ ਤੋਂ ਉੱਚੇ ਹੋ, ਅਸੀਂ ਨੀਚ ਹਾਂ, ਨੀਵਿਆਂ ਤੋਂ ਨੀਵੇਂ ਹਾਂ। ਗਰੀਬ ਨਵਾਜ ਪਰ ਕਹੇ ਤਾਂ ਆਪ ਜੀ ਦੀ ਸੇਵਕ ਹੀ ਜਾਂਦੇ ਹਨ। ਸੇਵਕ ਕਾਂਢੀਆ, ਸੰਸਾਰ ਦੇ ਲੋਕ ਤਾਂ ਸਾਨੂੰ ਸੇਵਕ, ਤੁਹਾਡਾ ਸੇਵਕ ਹੀ ਆਖਦੇ ਆ ਨਾ। ਜੇ ਮਹਾਰਾਜ ਇਹ ਮਾਣ ਬਖਸ਼ਿਆ ਆਪਨੇ ਸੇਵਕ ਅਖਵਾਉਣੇ ਦਾ, ਤੇ ਸਤਿਗੁਰੂ ਜੀ ਸੇਵਾ ਕਰਨ ਦੀ ਜਾਚ ਵੀ ਬਖਸ਼ੋ। ਭਾਵੇਂ ਤਨ ਕਰਕੇ ਸੇਵਾ ਕਰਦੇ ਹਾਂ, ਮਨ ਕਰਕੇ ਕਰਦੇ ਹਾਂ, ਧਨ ਕਰਕੇ ਕਰਦੇ ਹਾਂ। ਮਹਾਰਾਜ ਜਿਹੋ ਜਿਹੇ ਆਪ ਜੀ ਸੇਵਾ ਕਰਵਾਉਣੀ ਚਾਹੁੰਦੇ ਹੋ, ਸਤਿਗੁਰੂ ਜੀ ਕਿਰਪਾ ਕਰਕੇ ਸੇਵਾ ਕਰਨ ਦੀ ਜਾਚ ਵੀ ਆਪ ਮਹਾਰਾਜ ਬਖਸ਼ਿਸ਼ ਕਰ ਦੇਣਾ ਕਰੋ। ਨਾਨਕ ਨਦਰ ਕਰੇ ਹੋ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਪ੍ਰਮਾਤਮਾ ਆਪ ਕਿਰਪਾ ਦੀ ਨਜ਼ਰ ਸਾਡੇ ਤੇ ਕਰੇ ਹੋ ਕਰ ਦੇਵੋ। ਗਰੀਬ ਨਵਾਜ ਜਿਨ੍ਹਾਂ ਤੇ ਆਪ ਜੀ ਕਿਰਪਾ ਦੀ ਨਜ਼ਰ ਕਰ ਦੇਂਦੇ ਹੋ, ਮਿਲੈ ਸੱਚ ਬਾਂਡੀਆ। ਹੇ ਗਰੀਬ ਨਵਾਜ ਅਸੀਂ ਜੀਵ ਰੂਪ ਸਖੀਆਂ ਵਿਛੜੀਆਂ ਹੋਈਆਂ ਪ੍ਰਮਾਤਮਾ ਤੋਂ ਮਿਲ ਜਾਵਾਂਗੀਆਂ। ਮਹਾਰਾਜ ਮਿਲੈ ਸੱਚ ਵਾਂਡੀਆਂ, ਵਾਂਡੀਆਂ ਭਾਵ ਵਿਛੜੀਆਂ ਹੋਈਆਂ ਮਹਾਰਾਜ ਅਸੀਂ ਜੀਵ ਰੂਪ ਸਖੀਆਂ ਹਾਂ। ਹੇ ਪਿਆਰੇ ਪ੍ਰਮਾਤਮਾ ਸਾਡੇ ਤੇ ਕਿਰਪਾ ਦੀ ਨਜ਼ਰ ਕਰ। ਮਹਾਰਾਜ ਪਤਾ ਨਹੀਂ ਇੱਕ ਜਨਮ ਨਹੀਂ ਕਿੰਨੇ ਕੋ ਜਨਮ, ਕਿੰਨੇ ਕੋ ਯੁੱਗ ਸੰਸਾਰ ਦੇ ਅੰਦਰ ਬਤੀਤ ਹੋ ਗਏ ਨੇ ਆਪ ਜੀ ਤੋਂ ਵਿਛੜਿਆ ਹੋਇਆ। ਆਪ ਕਿਰਪਾ ਕਰੋ, ਸਾਡੇ ਤੇ ਤਰਸ ਕਰੋ, ਸਾਡੇ ਤੇ ਰਹਿਮਤ ਕਰੋ। ਕਿਰਪਾ ਦੀ ਨਜ਼ਰ ਕਰਕੇ ਮਹਾਰਾਜ ਆਪਣੇ ਸਰੂਪ ਦੇ ਵਿੱਚ ਸਾਨੂੰ ਅਪੇਰਤਾ ਬਖਸ਼ਿਸ਼ ਕਰ ਦੇਵੋ। ਐਸੀ ਕਿਰਪਾ ਦੀ ਨਜ਼ਰ ਸਾਡੇ ਤੇ ਕਰ ਦੇਵੋ। ਮਹਾਰਾਜ ਸੰਸਾਰ ਦੇ ਜਿਹੜੇ ਅਸੀਂ ਔਗਣ ਧਾਰਨ ਕੀਤੇ ਹੈ ਉਹਨਾਂ ਤੋਂ ਖਿਹੜਾ ਛੁੱਟ ਜਾਵੇ। ਕੀਤੇ ਹੋ ਪਾਪ ਕਰਮ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕਰਕੇ ਮਹਾਰਾਜ ਤੁਹਾਡੀ ਮਹਾਰਾਜ ਬਖਸ਼ਿਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ, ਐਸੀ ਸਾਡੇ ਤੇ ਕਿਰਪਾ ਕਰ ਦੇਵ। ਜਿਵੇਂ ਮਹਾਰਾਜ ਸਤਿਗੁਰੂ ਜੀ ਦੇ ਬਚਨ ਆਉਂਦੇ ਹਨ, ਆਮੇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਾਲਾ। ਅੰਮ੍ਰਿਤਮਈ ਦ੍ਰਿਸ਼ਟੀ ਸਤਿਗੁਰੂ ਜੀ ਦੀ ਪੈ ਜਾਵੇ, ਸਾਰੇ ਪਾਪ ਕੱਟੇ ਜਾਂਦੇ ਹਨ। ਵਿਕਾਰਾਂ ਤੋਂ ਬੰਧਨਾਂ ਤੋਂ ਆਜ਼ਾਦ ਹੋ ਜਾਈਦਾ ਹੈ ਜੇ ਸਤਿਗੁਰੂ ਜੀ ਕਿਰਪਾ ਕਰਕੇ ਤਰੁੱਟ ਕਰਕੇ ਕਿਰਪਾ ਦੀ ਨਜ਼ਰ ਕਰ ਦੇਣ, ਤਾਂ ਹੀ ਮਹਾਰਾਜ ਤੁਹਾਡੇ ਸਰੂਪ ਦੇ ਵਿੱਚ ਅਸੀਂ ਮਿਲ ਸਕਦੇ ਹਾਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਰਨ ਦੀ ਜਾਚ ਦੱਸੀ ਹੈ, 12 ਗੁਰਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ। ਹਜ਼ੂਰ ਨੇ ਬੜੇ ਪਿਆਰ ਦੇ ਨਾਲ ਬੇਨਤੀ ਕਰਨ ਦਾ ਢੰਗ ਦੱਸਿਆ।
ਗੁਰਸਿੱਖ ਜਗਿਆਸੂ ਪੁਰਖ ਬੇਨਤੀਆਂ ਕਰਦੇ ਨੇ ਸਤਿਗੁਰਾਂ ਦੇ ਸਨਮੁਖ ਹੋ ਕਰਕੇ, ਹੇ ਪ੍ਰਮਾਤਮਾ ਜੀ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭਰਮੇ, ਥਕ ਆਏ ਪ੍ਰਭ ਕੀ ਸਾਮ। ਮਹਾਰਾਜ 1 2 4 ਨਹੀਂ, ਪਤਾ ਨਹੀਂ ਕਿੰਨੇ ਕੁ ਯੁੱਗ ਸਾਨੂੰ ਬਤੀਤ ਹੋ ਗਏ ਹੈ। ਇੱਕ ਜੂਨ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਨਮ ਧਾਰਨ ਕਰੇ ਹਨ। ਹੁਣ ਕਿਰਪਾ ਕਰੋ, ਥੱਕ ਹਾਰ ਕੇ ਤੁਹਾਡੀ ਸ਼ਰਨ ਵਿੱਚ ਆਏ ਆ। ਮਹਾਰਾਜ ਸ਼ਰਨ ਆਇਆਂ ਦੀ ਆਪ ਕਿਰਪਾ ਕਰਕੇ ਪਤ ਇੱਜ਼ਤ ਰੱਖ ਲਾਓ। ਐਸੀ ਕਿਰਪਾ ਦੀ ਨਦਰ ਕਰ ਦੇਵੋ, ਐਸੀ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਸਾਡੇ ਵੱਲ ਤੱਕ ਦੇਵੋ। ਮਹਾਰਾਜ ਵਿਛੜਿਆ ਹੋਇਆਂ ਦਾ ਤੁਹਾਡੇ ਨਾਲ ਸਾਡਾ ਮਿਲਾਪ ਹੋ ਜਾਵੇ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੱਚੇ ਸੱਚੀ ਦਾਤ ਦੇਹ ਦਇਆਲ ਹੈ, ਤਿਸ ਸੇਵੀ ਦਿਨ ਰਾਤ ਨਾਮ ਅਮੋਲ ਹੈ। ਤੂੰ ਉਤਮ ਹਾਉ ਨੀਚ, ਸੇਵਕ ਕਾਂਡੀਆ, ਨਾਨਕ ਨਦਰ ਕਰੇ ਹੋ, ਮਿਲੈ ਸੱਚ ਵਾਂਡੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।